ਗੁਰੂ ਨਾਨਕ ਪਦ ਪੰਕਜ ਬੰਦਨਾ ਪੰਕਜ ਬੰਦਨਾ ਸਿਮਰੋ ਅੰਗਦ ਦੁਖ ਨਿਕੰਦਨਾ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗਾਉ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਸ਼੍ਰੀ ਹਰਿ ਗੋਬਿੰਦ ਸੋ ਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਏ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਦੋਹਰਾ ਤਬ ਗੰਭੀਰ ਤੁਨ ਸੋ ਮਦਰ ਬਾਣੀ ਪਈ ਆਕਾਸ਼ ਕਿਉ ਗਰਭਤ ਬ੍ਰਹਮਾ ਰਿਦੇ ਮੈਂ ਹੋ ਕਰਤ ਪ੍ਰਕਾਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਵਿਚਾਰਾਂ ਸਰਵਣ ਕਰ ਰਹੇ ਹਾਂ ਜਦੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਇੱਕ ਨਗਰ ਵਿੱਚ ਜਾ ਰਹੇ ਹਾਂ। ਰਸਤੇ ਵਿੱਚ ਕੋਈ ਸਾਧੂ ਮਿਲਦੇ ਹਨ ਤੇ ਸਤਿਗੁਰਾਂ ਦੇ ਨਾਲ ਸਾਧੂ ਜਿਹੜੇ ਹਨ ਉਹ ਬੇਨਤੀ ਕਰਦੇ ਆ ਕਿ ਸਾਨੂੰ ਕੋਈ ਰੱਬ ਦੇ ਬਾਰੇ ਦੱਸ ਪਾਓ ਕਿ ਪਰਮੇਸ਼ਰ ਕੈਸਾ ਹੈ, ਉਹਦੇ ਬਾਰੇ ਦੱਸਣਾ ਕਰੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਵੀ ਪਰਮੇਸ਼ਰ ਦਾ ਤਾਂ ਅੰਤ ਨਹੀਂ ਪਾਇਆ ਜਾ ਸਕਦਾ, ਉਹਦੇ ਬਾਰੇ ਦੱਸਣਾ ਮੁਸ਼ਕਲ ਹੈ। ਅਸੀਂ ਉਹਦੀ ਮਾਇਆ ਦਾ ਹੀ ਅੰਤ ਨਹੀਂ ਪਾ ਸਕਦੇ। ਮਨੁੱਖ ਆਪਣੀ ਇੱਕ ਉਂਗਲ ਦਾ ਅੰਤ ਨਹੀਂ ਪਾ ਸਕਦਾ। ਸਾਇੰਸ ਦੇ ਕੋਲ ਕੋਈ ਸਿਸਟਮ ਨਹੀਂ ਕਿ ਇੱਦਾਂ ਦੀ ਉਂਗਲ ਦੁਬਾਰੇ ਬਣਾ ਲਵੇ ਜਾਂ ਅੱਖ ਬਣਾ ਲਵੇ। ਤਾਂ ਗੁਰੂ ਪਿਆਰਿਓ ਜਿਸ ਵੇਲੇ ਸਤਿਗੁਰਾਂ ਨੇ ਉਹਨਾਂ ਦੇ ਨਾਲ ਗੱਲਾਂ ਕੀਤੀਆਂ ਤੇ ਗੱਲ ਚੱਲਦੇ ਚੱਲਦੇ ਗੱਲ ਬ੍ਰਹਮਾ ਤੇ ਪਹੁੰਚ ਗਈ। ਕਿਸ ਤਰ੍ਹਾਂ ਬ੍ਰਹਮਾ ਨੇ ਹੰਕਾਰ ਕੀਤਾ ਸੀ ਪਰਮੇਸ਼ਰ ਦਾ ਅੰਤ ਪਾਉਣ ਲਈ, ਪਰ ਅਖੀਰ ਉਹਦਾ ਹੰਕਾਰ ਕਿਵੇਂ ਦੂਰ ਕੀਤਾ ਆਓ ਸਰਵਣ ਕਰਦੇ ਹਾਂ। ਜਦੋਂ ਬ੍ਰਹਮਾ ਨੇ ਵੇਖਿਆ ਕਿ ਚਾਰ ਚੁਫੇਰੇ ਪਾਣੀ ਪਾਣੀ ਹੈ ਔਰ ਮੈਂ ਹੀ ਹਾਂ ਹੋਰ ਕੋਈ ਨਹੀਂ, ਨਾਲ ਨਾਲ ਆਪਾਂ ਜਿੱਥੇ ਗੁਰੂ ਪਿਆਰਿਓ ਸਾਚੇ ਮੁਤਾਬਕ ਅਰਥ ਕਰ ਰਹੇ ਹਾਂ, ਨਾਲ ਨਾਲ ਕੁਝ ਅਰਥ ਆਪਣੇ ਸਰੀਰ ਨਾਲ ਜੁੜਦੇ ਹੈ ਉਹ ਵੀ ਕਰ ਰਹੇ ਹਾਂ। ਆਪਾਂ ਸਾਰੇ ਬ੍ਰਹਮ ਰੂਪ ਹਾਂ ਤੇ ਜਿਸ ਵੇਲੇ ਮਾਤਾ ਦੇ ਉਦਰ ਵਿਖੇ ਬੱਚਾ ਹੈ ਇਹਦੇ ਵੀ ਚਾਰ ਚੁਫੇਰੇ ਪਾਣੀ ਪਾਣੀ ਹੈ। ਤੁਸੀਂ ਪਸ਼ੂਆਂ ਦੇ ਬੱਚੇ ਦਾ ਜਨਮ ਲੈਂਦਾ ਵੇਖਿਆ ਹੋਣਾ, ਜਿਸ ਥੈਲੀ ਦੇ ਵਿੱਚੋਂ ਕਵਰ ਹੁੰਦਾ ਉਹਦੇ ਚਾਰ ਚੁਫੇਰੇ ਪਾਣੀ ਪਾਣੀ ਹੁੰਦਾ। ਇਸੇ ਤਰ੍ਹਾਂ ਬ੍ਰਹਮਾ ਜਦੋਂ ਕਮਲ ਦੇ ਫੁੱਲ ਚੋਂ ਪੈਦਾ ਹੋਇਆ ਤਾਂ ਉਹ ਇਕੱਲਾ ਹੀ ਬੈਠਾ ਹੈ ਕਮਲ ਦੇ ਫੁੱਲ ਦੇ ਉੱਪਰ, ਚਾਰ ਚੁਫੇਰੇ ਪਾਣੀ ਪਾਣੀ। ਕਹਾਣੀਆਂ ਅੰਦਰ ਦੀਆਂ ਵੀ ਹੈ ਬਾਹਰ ਦੀਆਂ ਵੀ ਹੈ। ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ। ਆਪਾਂ ਸਾਰੇ ਬ੍ਰਹਮ ਹਾਂ। ਪਰਮੇਸ਼ਰ ਪਾਰ ਬ੍ਰਹਮ ਹੈ, ਆਤਮਾ ਬ੍ਰਹਮ ਹੈ, ਸਤਿਗੁਰੂ ਗੁਰ ਬ੍ਰਹਮ ਹੈ। ਤਾਂ ਇਸ ਤਰ੍ਹਾਂ ਗੁਰੂ ਪਿਆਰਿਓ ਜਿਸ ਵੇਲੇ ਉਹਨੇ ਹੰਕਾਰ ਕੀਤਾ ਕਿ ਬਸ ਮੈਂ ਹੀ ਮੈਂ ਹਾਂ, ਮੈਂ ਹੀ ਦੁਨੀਆ ਨੂੰ ਬਣਾਉਂਦਾ ਹਾਂ, ਮੇਰੇ ਤੋਂ ਬਗੈਰ ਹੋਰ ਦੂਸਰਾ ਹੈ ਹੀ ਕੋਈ ਨਹੀਂ, ਤਾਂ ਆਕਾਸ਼ਬਾਣੀ ਹੋਈ
ਬਈ ਤੂੰ ਕਿਉਂ ਹੰਕਾਰ ਕਰਦਾ ਹੈ, ਕਿਉਂ ਮੈਂ ਕਰਦਾ ਹੈ। ਇਹਨੂੰ ਸਾਜਣ ਵਾਲਾ ਤਾਂ ਕੋਈ ਹੋਰ ਸ਼ਕਤੀ ਆ, ਹੋਰ ਪਾਵਰ ਹੈ, ਉਹ ਮੈਂ ਹਾਂ ਤੂੰ ਨਹੀਂ। ਇਹ ਸੁਣ ਕੇ ਬ੍ਰਹਮਾ ਕਹਿੰਦਾ ਇਹ ਕਿਵੇਂ ਹੋ ਸਕਦਾ ਹੈ, ਜਦੋਂ ਕੁਝ ਦਿਸਦਾ ਹੀ ਨਹੀਂ ਫਿਰ ਕਿਵੇਂ ਹੋ ਸਕਦਾ ਹੈ। ਜਿਵੇਂ ਪਰਮੇਸ਼ਰ ਬਾਰੇ ਵੀ ਲਿਖਦੇ ਆ, ਹੈ ਤਾਂ ਸਹੀ ਲੱਖ ਹੈ ਜੋ ਕੋਈ, ਜੇ ਕੋਈ ਜਾਣਨਾ ਕਰੇ ਪਰਮੇਸ਼ਰ ਹੈਗਾ। ਇਹ ਮਤ ਕਹੋ ਕਿ ਰੱਬ ਹੈ ਨਹੀਂ। ਐਡੀ ਵੱਡੀ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਕੋਈ ਤਾਂ ਸਿਸਟਮ ਹੈਗਾ, ਇਹਦੇ ਪਿੱਛੇ ਕੋਈ ਨਾ ਕੋਈ ਤਾਂ ਸ਼ਕਤੀ ਕੰਮ ਕਰਦੀ ਆ। ਭਾਵੇਂ ਸਾਨੂੰ ਉਹ ਦਿਸਦੀ ਨਹੀਂ ਪਰ ਹੈ। ਜਿਵੇਂ ਗੱਡੀ ਦਾ ਡਰਾਈਵਰ ਕਿਹੜਾ ਦਿਸਦਾ ਹੈ ਆਪਾਂ ਨੂੰ, ਪਰ ਗੱਡੀ ਨੂੰ ਕੋਈ ਤਾਂ ਕੰਟਰੋਲ ਕਰ ਹੀ ਰਿਹਾ ਨਾ ਵਿੱਚ ਬੈਠ ਕੇ। ਇਸੇ ਤਰ੍ਹਾਂ ਹੀ ਸ੍ਰਿਸ਼ਟੀ ਨੂੰ ਪਰਮੇਸ਼ਰ ਚਲਾ ਰਿਹਾ ਹੈ। ਆਵਾਜ਼ ਆਈ ਕਿ ਦੇਖ ਤੇ ਇੱਥੋਂ ਪਰੇ ਕੋਈ ਹੋਰ ਵੀ ਹੈ। ਉਹ ਕਹਿੰਦਾ ਹੋਰ ਕੌਣ ਹੈ ਮੈਨੂੰ ਦੱਸ। ਪਰਮੇਸ਼ਰ ਕੀ ਕਹਿੰਦੇ ਆ, ਬ੍ਰਹਮਾ ਕੀ ਕਹਿੰਦਾ, ਫਿਰ ਇਹਦਾ ਜਿਹੜਾ ਹੈ ਹੰਕਾਰ ਦੀ ਨਿਵਰਤੀ ਕਿਵੇਂ ਕਰਦੇ ਆ, ਇਹ ਹੁਣ ਆਪਾਂ ਆਰੰਭ ਕਰਕੇ ਸਰਵਣ ਕਰਦੇ ਆ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਤਬ ਗੰਭੀਰ ਤੁਨ ਸੋ ਮਦਰ ਬਾਨੀ ਪਈ ਆਕਾਸ਼। ਜਦੋਂ ਬ੍ਰਹਮਾ ਨੇ ਹੰਕਾਰ ਕੀਤਾ, ਅਹੰ ਬ੍ਰਹਮ ਅੰਸਮੀ, ਮੈਂ ਹੀ ਬ੍ਰਹਮ ਹਾਂ, ਮੈਂ ਹੀ ਰੱਬ ਹਾਂ, ਤਾਂ ਆਕਾਸ਼ ਬਾਣੀ ਆਈ ਮਧੁਰ ਮਿੱਠੀ ਧੁਨ ਵਿੱਚ, ਕਿਉ ਘਰ ਬਤ ਬ੍ਰਹਮਾ ਦੇ ਮੈਂ ਹੋ ਕਰਤ ਪ੍ਰਕਾਸ਼। ਬ੍ਰਹਮਾ ਨੂੰ ਕਹਿਣ ਲੱਗੀ ਉਹ ਆਵਾਜ਼, ਕਿਉਂ ਹੰਕਾਰ ਕਰਦਾ ਹੈ, ਬਈ ਮੈਂ ਦੁਨੀਆ ਨੂੰ ਬਣਾਉਂਦਾ ਹਾਂ, ਇਹ ਤੇਰਾ ਹੰਕਾਰ ਹੈ। ਦੇਖੋ 10ਵੇਂ ਪਾਤਸ਼ਾਹ ਖੁਦ ਵੀ ਕਹਿੰਦੇ ਨਾ ਕਿ ਪਰਮੇਸ਼ਰ ਜਿਹੜਾ ਉਹ ਦਿਖਾਈ ਨਹੀਂ ਦਿੰਦਾ ਪਰ ਉਹ ਸੁਣਾਈ ਦਿੰਦਾ ਹੈ। ਕਾਨ ਸੁਣੇ ਪਹਿਚਾਨ ਨਾ 300 ਲਿਵ ਲਾਗੀ ਮੋਰੀ ਪਗ ਇਨਸਿਓ। ਮੇਰੀ ਉਹਦੇ ਚਰਨਾਂ ਦੇ ਨਾਲ ਲਿਵ ਲੱਗੀ ਹੋਈ ਹੈ, ਮੈਨੂੰ ਉਹਦੀ ਆਵਾਜ਼ ਸੁਣਾਈ ਦਿੰਦੀ ਹੈ। ਅਨਭਉ ਪ੍ਰਕਾਸ਼, ਅਨੁਭਵ ਦੇ ਵਿੱਚੋਂ ਦਿਮਾਗ ਦੇ ਵਿੱਚੋਂ ਉਹਦੀ ਆਵਾਜ਼ ਸੁਣਾਈ ਦਿੰਦੀ ਹੈ। ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ, ਅਮਿਤ ਓਜ, ਨਾ ਉਹਦੀ ਕੀਮਤ ਪਾਈ ਜਾ ਸਕਦੀ ਹੈ, ਨਾ ਉਹਦੇ ਓਜ ਬਲ ਸ਼ਕਤੀ ਪਾਵਰ ਦਾ ਪਤਾ ਹੈ। ਇੱਕ ਸਕਿੰਟ ਵਿੱਚ ਵੱਡੀਆਂ ਵੱਡੀਆਂ ਬਿਲਡਿੰਗਾਂ ਨੂੰ ਢਾਹ ਕੇ ਫਨਾ ਕਰ ਦਿੰਦਾ ਹੈ। ਬਾਬਾ ਫਰੀਦ ਜੀ ਵੀ ਕਹਿੰਦੇ ਆ, ਗੰਢੇਨੇ ਆ 6 ਮਾਹ, ਤੁੜਨਦੇ ਆ 1 ਖਿਣ। ਇਹ ਜੀਵ ਦੇ ਸਰੀਰ ਨੂੰ ਬਣਾਉਣ ਲੱਗਿਆ 6 ਮਹੀਨੇ ਲੱਗ ਜਾਂਦੇ ਆ, ਤੇ ਜਦੋਂ ਕੋਈ ਮਰਦਾ ਹੈ ਤੇ 1 ਸਕਿੰਟ ਦੇ ਵਿੱਚ ਉਹਦੇ ਵਿੱਚੋਂ ਉਹਨੂੰ ਕੱਢ ਲੈਂਦਾ ਹੈ ਤੇ ਉਹ ਸਰੀਰ ਮਿੱਟੀ ਹੋ ਜਾਂਦਾ। ਇਸ ਕਰਕੇ ਮੇਰੇ ਪ੍ਰੀਤਮ ਜੀ ਕਹਿੰਦੇ ਹਨ, ਭਲਿਆ ਹੰਕਾਰ ਨਾ ਕਰ। ਚੌਪਈ ਜਿਸ ਦੇ ਹੋ ਜਨਮ ਤੁਮਾਰਾ, ਤੈ ਕੋ ਜੋ ਆਈ ਵਿਚਾਰਾ। ਤੈਨੂੰ ਮੈਂ ਦੱਸਦਾ ਕਿ ਤੂੰ ਜੀ ਤੋਂ ਪੈਦਾ ਹੋਇਆ, ਪਹਿਲਾਂ ਤਾਂ ਉਸੇ ਨੂੰ ਹੀ ਜਾਣ ਲੈ ਜਿਸ ਦੇ ਵਿੱਚੋਂ ਤੂੰ ਪੈਦਾ ਹੋਇਆ ਹੈ। ਸੁਨ ਕਰ ਬ੍ਰਹਮੇ ਬਚਨ ਉਚਾਰਾ, ਭਲੀ ਭਾਂਤ ਸਭ ਸਤਲ ਨਿਹਾਰਾ। ਕਹਿੰਦਾ ਮੈਂ ਚੰਗੀ ਤਰ੍ਹਾਂ 4 ਚੁਫੇਰੇ ਦੇਖ ਰਿਹਾ, ਮੈਥੋਂ ਬਗੈਰ ਕੋਈ ਦੂਜਾ ਦਿਸਦਾ ਹੀ ਨਹੀਂਗਾ। ਕਹਿ ਮੈਂ ਹੋ ਕੇ ਜਲ ਹੈ ਇਹਾ, ਅਪਰ ਨਾ ਪੀਕਿਓ ਪੀਕ ਮੋ ਰਹਾ। ਜਾਂ ਮੈਂ ਹਾਂ ਤੇ ਜਾਂ ਇਹ ਪਾਣੀ ਦਾ ਸਾਗਰ ਹੈ ਦੂਰ ਤੱਕ, ਤੀਜਾ ਤਾਂ ਕੋਈ ਹੈ ਹੀ ਨਹੀਂ। ਜੇਕਰ ਤੀਜੋ ਹੈ ਕਹਿ ਥਾਈ, ਸੋ ਮੋਕੋ ਅਬ ਦੇਹੋ ਬਤਾਈ। ਜੇ ਹੋਰ ਕੋਈ ਹੈ ਤਾਂ ਦੱਸੋ ਮੈਨੂੰ। ਤਬ ਆਕਾਸ਼ ਬਾਣੀ ਨੇ ਕਹਾ, ਜਿਸ ਪਰ ਬੈਠ ਪਰਮ ਸੁਖ ਲਹਾ। ਆਵਾਜ਼ ਆਈ, ਜਿਸ ਕਮਲ ਦੇ ਉੱਤੇ ਬੈਠਾ ਹੈ। ਪਰਮੇਸ਼ਰ ਤਾਂ ਪਰੇ ਹੈ ਨਾ, ਪਰ ਅਸੀਂ ਜਿਸ ਮਾਂ ਤੋਂ ਪੈਦਾ ਹੋਏ ਆ, ਉਸ ਮਾਂ ਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ। ਤਾਂ ਇਸ ਕਰਕੇ ਕਹਿਣ ਲੱਗੇ, ਜਿਸ ਕਮਲ ਦੇ ਫੁੱਲ ਦੇ ਉੱਤੇ ਬੈਠਾ ਹੈ, ਤੂੰ ਇਹਦੇ ਵਿੱਚੋਂ ਪੈਦਾ ਹੋਇਆ ਹੈ। ਸੋ ਆਪਣੀ ਤੂੰ ਆਦ ਪਛਾਨ, ਇਸ ਕੋ ਖੋਜ ਗਰਭ ਗੁਣ ਠਾਨ। ਇਹ ਤਾਂ ਇੱਥੋਂ ਪਹਿਲਾਂ ਸੀ, ਆਦ ਹੁੰਦਾ ਪਹਿਲਾਂ, ਆਦ ਅੰਤ। ਆਦ ਪਹਿਲਾਂ ਤੇ ਇੱਥੋਂ ਪਹਿਲਾਂ ਇਹ ਕਮਲ ਸੀਗਾ। ਤੂੰ ਇਸ ਦੀ ਖੋਜ ਕਰ ਤੇ ਨਾਲੇ ਆਪਣੇ ਹੰਕਾਰ ਨੂੰ ਖਤਮ ਕਰ। ਹੁਣ ਗੁਰੂ ਪਿਆਰਿਓ, ਇੱਧਰ ਆਈਏ ਸਰੀਰ ਵੱਲ। ਜਦ ਬੱਚਾ ਮਾਤਾ ਦੀ ਉਦਰ ਵਿੱਚ ਹੈ ਤੇ ਮਾਂ ਦੇ ਵਿੱਚ 2 ਨਾੜਾਂ ਹਨ। ਇੱਕ ਨਾੜ ਵਾਧੂ ਬੱਚੇ ਵਾਸਤੇ ਪਰਮੇਸ਼ਰ ਨੇ ਲਾਈ ਹੈ। ਜਦੋਂ ਕੋਈ ਬੱਚੇ ਦੀ ਡਿਵੈਲਪ ਹੁੰਦੀ ਹੈ ਮਾਂ ਦੇ ਉਦਰ ਵਿੱਚ, ਤਾਂ ਉਸ ਨਾੜੂਏ ਦੇ ਰਾਹੀਂ ਨਾਭੀ ਦੇ ਵਿੱਚ ਦੀ ਬੱਚੇ ਦੀ ਨਾਭੀ ਦੇ ਨਾਲ ਉਹ ਨਾੜੂਆ ਜੁੜਿਆ। ਨਾਭੀ ਤੋਂ ਬਾਅਦ ਹੀ ਸਾਰਾ ਸਰੀਰ ਬਣਿਆ। ਥੱਲੇ ਨੂੰ ਪੈਰ ਬਣੇ, ਉੱਪਰ ਨੂੰ ਪੇਟ ਬਣਿਆ, ਨਾੜੀਆਂ ਬਣੀਆਂ, ਸਿਰ ਬਣਿਆ। ਇਹ ਸਭ ਕੁਝ
ਉਸ ਨਾੜੂਏ ਨੂੰ, ਜਿਹਨੂੰ ਆਪਾਂ ਨਾੜੂਆ ਕਹਿੰਦੇ ਆ, ਉਸ ਨਾੜ ਰਾਹੀਂ ਮਾਂ ਦੇ ਅੰਦਰੋਂ ਖਾਧੇ ਪੀਤੇ ਦਾ ਜਿਹੜਾ ਰਸ ਹੈ, ਤੱਤ ਹੈ, ਖੂਨ ਬਣ ਕੇ ਔਰ ਮਾਂ ਦੇ ਲਏ ਹੋਏ ਸਵਾਸ ਵਿੱਚੋਂ ਸਵਾਸ ਦਾ ਹਿੱਸਾ ਉਹ ਬੱਚੇ ਵੱਲ ਜਾ ਰਿਹਾ ਹੈ। ਔਰ ਮਾਂ ਦੀ ਉਦਰ ਵਿੱਚ ਬੱਚਾ ਪੁੱਠਾ ਲਮਕਦਾ ਹੈ। ਜਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾ ਹੈ, ਉੱਥੇ ਤੇਰੀ ਰੱਖ ਅਗਨੀ ਉਦਰ ਮਾਹੀ। ਮਾਤਾ ਦੀ ਉਦਰ ਵਿੱਚ ਇਸ ਨੂੰ ਬਚਾਇਆ ਜਾਂਦਾ ਹੈ ਔਰ ਮਾਂ ਦੇ ਖਾਧੇ ਪੀਤੇ ਦਾ ਜਿਹੜੀ ਤਾਕਤ ਹੈ ਉਹ ਬੱਚੇ ਦੇ ਅੰਦਰ ਜਾ ਰਹੀ ਹੈ। ਤਾਂ ਉਹ ਕੀ ਹੈ? ਉਹ ਕਮਲ ਦੀ ਨਾੜੀ ਹੈ। ਕਹੋ ਸਤਿਨਾਮ, ਜਿਸ ਵਿੱਚੋਂ ਆਪਾਂ ਸਾਰੇ ਪੈਦਾ ਹੋਏ ਆ। ਬ੍ਰਹਮ ਕਮਲ ਤੇ ਨਾਭ ਕਮਲ ਤੇ ਬ੍ਰਹਮਾ ਉਪਜਿਆ, ਵੇਦ ਪੜ੍ਹੇ ਮੋਹ ਕੰਠ ਸਵਾਰ। ਤੇ ਵੇਦਾਂ ਨੂੰ ਤਾਂ ਫਿਰ ਮਨੁੱਖ ਹੀ ਪੜੂਗਾ ਨਾ। ਤਾਂ ਮਨੁੱਖ ਨਾਭੀ ਕਮਲ ਤੋਂ ਪੈਦਾ ਹੋਇਆ, ਮਾਂ ਤੋਂ ਪੈਦਾ ਹੋਇਆ, ਵੱਡਾ ਹੋਇਆ, ਫਿਰ ਗਲੇ ਨੂੰ ਸਵਾਰ ਕੇ ਵੇਦਾਂ ਦੀ ਬਾਣੀ ਨੂੰ ਪੜ੍ਹਦਾ। ਜਿਵੇਂ ਆਪਾਂ ਹੁਣ ਪੜ੍ਹ ਰਹੇ ਹਾਂ, ਸੁਣ ਰਹੇ ਹਾਂ, ਤੁਸੀਂ ਵੀ ਪੜ੍ਹਦੇ ਹੋਵੋਗੇ। ਤੁਸੀਂ ਸਾਰੇ ਹੀ ਬ੍ਰਹਮਾ ਹੋ। ਕਹੋ ਸਤਿਨਾਮ। ਤੋ ਇਸ ਕਰਕੇ ਹੁਣ ਬ੍ਰਹਮਾ ਕਹਿੰਦਾ ਮੈਥੋਂ ਬਗੈਰ ਕੋਈ ਹੋਰ ਹੈ ਹੀ ਨਹੀਂ, ਕੋਈ ਹੋਰ ਹੋਵੇ ਤਾਂ ਦਿਖਾਓ। ਸੋ ਆਪਣੀ ਤੁਆਦ ਪਛਾਨ, ਇਸ ਕੋ ਕੋਜ ਗਰਭ ਪੁਨ ਠਾਨ। ਕਹਿੰਦੇ ਪਹਿਲਾਂ ਤਾਂ ਜਿਹੜੇ ਕਮਲ ਦੇ ਫੁੱਲ ਤੇ ਬੈਠਾ ਤੂੰ ਇਸੇ ਦਾ ਅੰਤ ਪਾ ਕੇ ਦਿਖਾ। ਦੇਖ ਕਮਲ ਬਿੰਦ ਗਿਰਾ ਉਚਾਰੀ, ਇਹ ਤੋਂ ਛੋਟੋ ਮੋਹਿ ਅਗਾਰੀ। ਔਰ ਬ੍ਰਹਮਾ ਕਹਿਣ ਲੱਗਿਆ ਇਹ ਤਾਂ ਨਿੱਕਾ ਜਿਹਾ ਕਮਲ ਹੈ, ਮੈਂ ਦੇ ਉੱਤੇ ਬੈਠਾ ਹਾਂ, ਮੈਂ ਐਡਾ ਵੱਡਾ। ਦੇਖੋ ਵਿਸਾਰ ਆਪਣੀ ਦੇਹੀ, ਅਸਮੰਜਸ ਪੁਨ ਆਏ ਨਾ ਕੇਹੀ। ਔਰ ਹੁਣ ਬ੍ਰਹਮਾ ਵੱਡਾ ਹੋ ਗਿਆ ਹੈ, ਸਰੀਰ ਕਰਕੇ ਵੱਡਾ ਹੋ ਗਿਆ ਹੈ। ਔਰ ਉਹ ਨਾੜ, ਉਹ ਨਾਭ ਕਮਲ ਛੋਟਾ ਲੱਗਦਾ ਹੈ। ਆਲਪ ਵਸ ਕਸ ਜਨੇ ਵਿਸਾਦਾ, ਨਭ ਮੇ ਬੋਦੇ ਬਹੁਰ ਅਕਾਲਾ। ਕਹਿਣ ਲੱਗਿਆ ਛੋਟੀ ਵਸਤੂ ਐਡੀ ਵੱਡੀ ਵਸਤੂ ਨੂੰ ਕਿਵੇਂ ਜਨਮ ਦੇ ਸਕਦੀ ਆ? ਤਾਂ ਆਕਾਸ਼ਬਾਣੀ ਫਿਰ ਹੋਈ ਆ। ਜਬ ਬਲ ਭਾਂਤ ਖੋਜ ਨਾ ਠਾਨੋ, ਅਲਪ ਵਿਸਾਦ ਕਬੀ ਪਹਿਚਾਨੋ। ਕਹਿੰਦੇ ਪਹਿਲਾਂ ਖੋਜ ਕਰਕੇ ਦਾ ਵੇਖ ਤੂੰ ਵੱਡਾ ਕਿ ਇਹ ਵੱਡਾ ਹੈ। ਕਮਲ ਦਾ ਫੁੱਲ ਦਾ ਨਾਭ ਕਮਲ, ਹੁਣ ਨਾਭ ਨਾਭੀ ਸਿੱਧਾ ਹੀ ਲਿਖਿਆ ਪਿਆ। ਇਹਦੇ ਉੱਤੇ ਹੋਰ ਕੀ ਸਮਝਾਉਣ? ਨਾੜੂਏ ਤੋਂ ਨਾਲ ਹੀ ਬੱਚਾ ਜੁੜਿਆ ਹੁੰਦਾ, ਜਿਸ ਤੋਂ ਇਹ ਵੱਡਾ ਹੁੰਦਾ। ਫਲ ਦਾ ਫੁੱਲ ਦਾ ਜਦੋਂ 9 ਮਹੀਨੇ ਪੂਰੇ ਹੋ ਜਾਂਦੇ ਆ, ਬੱਚਾ ਪੂਰਾ ਬਣ ਜਾਂਦਾ, ਤਿਆਰ ਹੋ ਜਾਂਦਾ, ਡਿਵੈਲਪ ਹੋ ਜਾਂਦਾ, ਤੇ ਫਿਰ ਪਰਮੇਸ਼ਰ ਨੇ ਉਸ ਦੇ ਜਨਮ ਦਾ ਸਮਾਂ ਵੇਖਿਆ। ਫਿਰ ਉਹਦਾ ਜਨਮ ਹੋ ਜਾਂਦਾ ਹੈ। ਜਨਮ ਹੋਣ ਤੋਂ ਬਾਅਦ ਪਹਿਲਾਂ ਨਾੜੂਏ ਰਾਹੀਂ ਖੁਰਾਕ ਲੈ ਰਿਹਾ ਸੀਗਾ, ਭੋਜਨ ਲੈ ਰਿਹਾ ਸੀਗਾ। ਫਿਰ ਉਸ ਨਾੜੂਏ ਨਾਲੋਂ ਕੱਟ ਕੇ ਮਾਂ ਤੋਂ ਅਲੱਗ ਕੀਤਾ ਜਾਂਦਾ। ਫਿਰ ਡਾਕਟਰ ਲੋਕ ਉਸ ਨੂੰ ਰਵਾਉਂਦੇ ਆ, ਲਵਾਉਂਦੇ ਆ, ਉਹਦਾ ਹੱਥ ਮੂੰਹ ਸਾਫ਼ ਕਰਦੇ ਆ, ਨੱਕ ਸਾਫ਼ ਕਰਦੇ ਆ। ਜੇ ਬੱਚਾ ਰੋ ਪਵੇ ਆਪੇ ਤਾਂ ਠੀਕ ਹੈ, ਨਹੀਂ ਤਾਂ ਫਿਰ ਉਸ ਦੇ ਮਗਰ ਹੱਥ ਮਾਰ ਕੇ ਹਿਲਾਇਆ ਜਾਂਦਾ, ਰਵਾਇਆ ਜਾਂਦਾ। ਤੇ ਜਦੋਂ ਬੱਚਾ ਰੋਂਦਾ ਹੋਇਆ ਹੌਂਕਾ ਲੈਂਦਾ ਇੱਕਦਮ, ਉਹ ਹੌਂਕੇ ਲੈ ਕੇ ਰੋਂਦਾ ਹੈ, ਤੇ ਉਹ ਜਿਹੜੇ ਫੇਫੜੇ ਬਣਾਏ ਆ ਅੰਦਰ, ਉਹ ਕੰਮ ਕਰਨਾ ਸ਼ੁਰੂ ਕਰ ਦਿੰਦੇ ਨਾ। ਔਰ ਗੁਰੂ ਪਿਆਰੇ ਫਿਰ ਨਾਸਿਕਾ ਰਾਹੀਂ ਸਵਾਸ ਲੈਣ ਲੱਗ ਜਾਂਦਾ ਹੈ। ਫਿਰ ਛੋਟੀ ਮਾਂ ਦੀ ਬੁੱਕਲ ਚੋਂ ਵੱਡੀ ਮਾਂ ਧਰਤੀ ਮਾਤਾ ਦੀ ਗੋਦ ਵਿੱਚ ਆ ਜਾਂਦਾ ਹੈ। ਕੋਈ ਸਭ ਫਿਰ ਇੱਥੇ ਵਾਧਾ ਫੁੱਲਦਾ ਹੈ। ਇੱਥੇ ਜਿੱਡਾ ਮਰਜ਼ੀ ਹੋ ਜੇ ਕੋਈ ਫਰਕ ਨਹੀਂ ਪੈਂਦਾ। ਤੋ ਇਸ ਤਰ੍ਹਾਂ ਬ੍ਰਹਮਾ ਕਹਿੰਦਾ ਇਹ ਛੋਟੀ ਜੀ ਨਾਭੀ ਭਾਵ ਨਾਭ ਕਮਲ ਮੈਨੂੰ ਐਡੇ ਵੱਡੇ ਨੂੰ ਕਿਵੇਂ ਪੈਦਾ ਕਰ ਸਕਦਾ ਹੈ? ਸੁਨ ਕੇ ਬ੍ਰਹਮਾ ਚਕਿਰਤ ਹੋਵਾ, ਚਿੰਤਾ ਕਰਤ ਕਮਲ ਦਿਸ ਜੋਵਾ। ਆਕਾਸ਼ਬਾਣੀ ਆਈ ਤੂੰ ਖੋਜਦਾ ਕਰ, ਦੇਖ ਭਲਾ ਕੌਣ ਵੱਡਾ ਹੈ ਤੇ ਕੌਣ ਛੋਟਾ ਹੈ। ਮੈਂ ਵਿਚਾਰਿਓ ਅਲਪ ਦਿਸਾਈ, ਉਤਪਤ ਮਮ ਕਿਸ ਬਿਦ ਬਨ ਆਈ। ਕਹਿੰਦਾ ਮੈਂ ਹੀ ਐਡਾ ਵੱਡਾ, ਯਾਰ ਇਹ ਛੋਟਾ ਜਿਹਾ, ਮੈਂ ਇਹ ਤੂੰ ਕਿਵੇਂ ਪੈਦਾ ਹੋ ਗਿਆ? ਬਹੁਤ ਚਿਤ ਵਿਤ ਆਸਰੇ ਦੇ ਵਿਚਾਰੀ, ਹਨੋ ਲਾਭ ਜੇ ਦੇ ਸਹਾਰੀ। ਉਹ ਜਿਸ ਵੇਲੇ ਬੱਚਾ ਪੈਦਾ ਹੋਇਆ ਉਹਨੂੰ ਕੀ ਪਤਾ ਕਿਵੇਂ ਪੈਦਾ ਹੋਇਆ? ਇਹ ਤਾਂ ਵੱਡੇ ਹੋ ਕੇ ਡਾਕਟਰਾਂ ਨੂੰ ਗਿਆਨ ਹੋ ਗਿਆ, ਜਾਂ ਜਿਨ੍ਹਾਂ ਦਾਈਆਂ ਨੇ ਪੈਦਾ ਕੀਤਾ ਬੱਚੇ ਨੂੰ ਉਸ ਨੂੰ ਪਤਾ ਹੈ। ਬੱਚੇ ਨੂੰ ਤਾਂ ਕੋਈ ਪਤਾ ਨਹੀਂ, ਆਪਾਂ ਨੂੰ ਕੀ ਪਤਾ ਹੈ ਆਪਾਂ ਕਿਵੇਂ ਪੈਦਾ ਹੋਏ ਆ। ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸ੍ਰਿਸ਼ਟੀ ਕਦੋਂ ਬਣੀ, ਕਿਵੇਂ ਬਣੀ, ਇਹ ਕਿਸੇ ਨੂੰ ਨਹੀਂ ਪਤਾ। ਕਹੋ ਸਤਿਨਾਮ। ਬੇਲ ਨਾ ਪਾਈਆ ਪੰਡਤੀ, ਜੇ ਪੰਡਤਾਂ ਨੂੰ ਪਤਾ ਲੱਗ ਜਾਂਦਾ। ਵੇਲ ਨਾ ਪਾਈਆ ਪੰਡਤੀ, ਜੇ ਲਿਖਿਆ ਹੋਇਆ ਕੁਰਾਨ। ਵਕਤ ਨਾ ਪਾਇਓ ਕਾਦੀਆਂ, ਮੁਸਲਮਾਨਾਂ ਦੇ ਕਾਜ਼ੀਆਂ ਨੂੰ ਵੀ ਨਹੀਂ ਪਤਾ। ਜਾਂ ਲਿਖਣ ਲੈ ਕੁਰਾਨ, ਜੇ ਪਤਾ ਹੁੰਦਾ ਤੇ ਜ਼ਰੂਰ ਕੁਰਾਨ ਵਿੱਚ ਲਿਖਿਆ ਹੁੰਦਾ ਬੱਚਾ ਕਦੋਂ ਕਿਵੇਂ ਪੈਦਾ ਹੁੰਦਾ। ਕੋਈ ਸਤਿਨਾਮ। ਪਹਿਲੀ ਗੱਲ ਤਾਂ ਬੱਚੇ ਦੀ ਡਿਪੈਂਡ ਪਤਾ ਨਹੀਂ ਪਤਾਗਾ, ਮਾਂ ਨੂੰ ਵੀ ਨਹੀਂ ਪਤਾ ਕਦੋਂ ਉਹਦੀ ਆਰੰਭਤਾ ਹੋਈ। ਕੋਈ ਸਤਿਨਾਮ।
ਇਸ ਕਰਕੇ ਇਹ ਸਭ ਪਰਮੇਸ਼ਰ ਦੇ ਹੱਥ ਵਿੱਚ ਹੈ। ਬ੍ਰਹਮਾ ਹੰਕਾਰੀ ਹੈਰਾਨ ਹੋ ਰਿਹਾ ਹੈ, ਕਹਿੰਦਾ ਯਾਰ ਇਹ ਕਿਵੇਂ ਹੋ ਸਕਦਾ ਹੈ ਕਿ ਛੋਟਾ ਜਿਹਾ ਕਮਲ ਇਹਦੇ ਵਿੱਚੋਂ ਮੈਂ ਕਿਵੇਂ ਪੈਦਾ ਹੋ ਗਿਆ। ਬਹੁਤ ਚਿਤ ਵਰਤਿਆ ਸਰ ਦੇ ਵਿਚਾਰੀ ਹਨੋ ਲਾਤ ਜੇ ਲੈ ਸਹਾਰੀ। ਦਿਮਾਗ 'ਚ ਫਿਰ ਫੁਰਨਾ ਆਇਆ, ਕਹਿੰਦਾ ਲੱਤ ਮਾਰ ਕੇ ਦੇਖਦਾ, ਜੇ ਤਾਂ ਇਹ ਮੇਰੀ ਲੱਤ ਨੂੰ ਝੱਲ ਗਿਆ ਫਿਰ ਤਾਂ ਮੈਥੋਂ ਵੱਡਾ, ਨਹੀਂ ਤਾਂ ਮੈਥੋਂ ਛੋਟਾ। तो जानोगे एवं आद टूट गयो जब समझो बात। ਤੇ ਜੇ ਮੇਰੀ ਲੱਤ ਮਾਰੀ ਤੋਂ ਇਹ ਟੁੱਟ ਗਿਆ ਤਾਂ ਫਿਰ ਮੈਂ ਇਸ ਨੂੰ ਛੋਟਾ ਸਮਝਾਂਗਾ, ਜੇ ਮੇਰੀ ਲੱਤ ਦਾ ਇਹ ਝੱਲ ਗਿਆ ਸੱਟ ਫਿਰ ਸਮਝਾਂਗਾ ਮੈਥੋਂ ਵੱਡਾ ਹੈ। कर विचार तब लात प्रहारी चलो ना कमल तूते तब मारी। ਔਰ ਉਸਨੇ ਲੱਤ ਮਾਰ ਕੇ ਵੇਖੀ, ਕਮਲ ਨੂੰ ਕੋਈ ਫਰਕ ਨਹੀਂ ਪਿਆ, ਏਦਾਂ ਹਲ ਕੇ ਫੇਰ ਖੜ ਗਿਆ। ਇਹਨੇ ਦੂਜੇ ਵਾਰ ਫੇਰ ਲੱਤ ਉਹਦੇ ਵਿਚਾਲੇ ਕਰਕੇ ਮਾਰੀ। आनंद पर्यो तय कीमत जाई क्यों नाल में और न पाई। ਹੁਣ ਉਹ ਨਾਲ ਕਮਲ ਦੀ ਏਦਾਂ ਖੁੱਲ ਗਈ ਆ ਜਿਵੇਂ ਖੂਹ ਦੇ ਵਿੱਚ ਡਲਾ ਸਿੱਟੀਏ ਕਹਿੰਦੇ। ਬ੍ਰਹਮਾ ਉਸ ਦੇ ਵਿੱਚ ਡਿੱਗ ਪਿਆ ਤੇ ਉਹ ਡਿੱਗਦਿਆ ਹੀ ਜਾ ਰਿਹਾ, ਕਦੇ ਮੁੱਧਾ ਕਦੇ ਸਿੱਧਾ, ਕਦੇ ਮੁੱਧਾ ਕਦੇ ਸਿੱਧਾ। दोहरा जो विशाल गंभीर महकूप रोर पर जाए। ਜਿਵੇਂ ਕੋਈ ਵੱਡੇ ਖੂਹ ਦੇ ਵਿੱਚ ਕੋਈ ਰੋੜ ਛੋਟਾ ਜਿਹਾ ਡਲਾ ਸਿੱਟ ਦੇਵੇ। जो तिस में गिर के गयो खाई ना कितू पाए। ਹੁਣ ਇਹਨੂੰ ਅੰਤ ਨਹੀਂ ਆ ਰਿਹਾ, ਨਾ ਉਹ ਖੂਹ ਮੁੱਕ ਰਿਹਾ ਹੈ, ਨਾ ਇਹਨੂੰ ਕਿਤੇ ਪੈਰ ਲੱਗ ਰਿਹਾ ਹੈ। चौपाई चलियो जात चिरकाल बितावा ठहरन खान कहू न पावा। ਉਹ ਕਿਤੇ ਇਹਨੂੰ ਟਿਕਾਣਾ ਨਹੀਂ ਮਿਲਦਾ, ਨਾ ਹੱਥ ਪੈਂਦਾ ਕਿਤੇ, ਨਾ ਪੈਰ ਲੱਗਦਾ, ਰੁੜਿਆ ਹੀ ਜਾ ਰਿਹਾ ਵਿੱਚ ਕਿੰਨਾ ਚਿਰ। तब सिर ऊपर कभी नीचे चलियो जात तिस नाली बीच। ਉਸ ਨਾਲੀ ਦੇ ਵਿੱਚ ਤੁਰਿਆ ਜਾ ਰਿਹਾ, ਕਦੇ ਪੁੱਠਾ ਕਦੇ ਸਿੱਧਾ। बैबल है वत ही दुख पावा उबरण को न पाए उपावा। ਹੁਣ ਵਿਆकुल ਹੋ ਗਿਆ ਵੀ ਆਹ ਕੀ ਬਣ ਗਿਆ। ਮੈਂ ਤਾਂ ਇਹ ਕਮਲ ਨੂੰ ਜਾਂ ਨਾੜੀ ਨੂੰ ਇਹ ਛੋਟੀ ਜੀ ਸਮਝਦਾ ਸੀਗਾ। ਇਸ ਦੇ ਵਿੱਚੋਂ ਅੰਦਰੂਨੀ ਅਰਥ ਹੈ ਕਿ ਸਾਡੀ ਮਾਤਾ ਜਿਹੜੀ ਹੈ ਉਹ ਸਾਡੇ ਤੋਂ ਵੱਡੀ ਹੈ। ਕੌਣ ਸਤਿਗੁਰੂ ਸਾਡਾ ਬਾਪ ਸਾਡੇ ਤੋਂ ਵੱਡਾ ਹੈ। ਮਾਂ ਪਿਓ ਦਾ ਸਤਿਕਾਰ ਕਰਨਾ ਚਾਹੀਦਾ। ਬੱਚਿਆਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਵੀ ਮਾਂ ਪਿਓ ਅਨਪੜ੍ਹ ਸੀਗਾ ਤੇ ਅਸੀਂ ਪੜ੍ਹੇ ਲਿਖੇ ਹਾਂ। ਪੜ੍ਹਾਉਣ ਲਿਖਾਉਣ ਵਾਲੇ ਵੀ ਮਾਂ ਪਿਓ ਹੀ ਆ। ਜੋ ਵੀ ਬੱਚੇ ਨੂੰ ਪ੍ਰਾਪਤੀ ਹੋਈ ਹੈ ਸਾਰੀ ਮਾਂ ਪਿਓ ਦੀ ਕਿਰਪਾ ਹੀ ਹੈ। ਤਾਂ ਜਿਸ ਵੇਲੇ ਬ੍ਰਹਮਾ ਉਸ ਕਮਲ ਦੀ ਨਾੜੀ ਵਿੱਚ ਡਿੱਗਦਾ ਜਾ ਰਿਹਾ, ਕਿਤੇ ਇਸ ਦਾ ਹੱਥ ਪੈਰ ਨਹੀਂ ਲੱਗਦਾ, ਬੇਹਬਲ ਵਿਆਕੁਲ ਹੋ ਗਿਆ, ਦੁਖੀ ਹੋ ਗਿਆ। आदम अंत हो सारी पृथ्व गर्भ ते बच उचारी। ਔਰ ਗੁਰੂ ਪਿਆਰਿਓ ਹੁਣ ਇਹ ਡਿੱਗਦਾ ਹੋਇਆ ਜਦੋਂ ਥੱਲੇ ਨੂੰ ਜਾ ਰਿਹਾ ਹੈ, ਜਿਹੜਾ ਪਹਿਲਾਂ ਹੰਕਾਰ ਵਿੱਚ ਕਹਿੰਦਾ ਸੀਗਾ ਕਿ ਆਦ ਮਦ ਅੰਤ ਹਉ ਹੁੰਦਾ ਮੈਂ, ਜੇ ਹੋ ਕਰੀਏ ਤਾਂ ਹੋ ਦਾ ਅਰਥ ਹੋ ਰਿਹਾ, ਹਉ ਕਹਿ ਦਈਏ ਹਾਹੇ ਕਨੌੜਾ ਚਿੱਟੀ ਬਿੰਦੀ ਹਉ। ਕਹਿੰਦਾ ਜਿਹੜਾ ਪਹਿਲਾਂ ਕਹਿੰਦਾ ਸੀਗਾ ਮੈਂ ਹੀ ਆਰੰਭ ਹਾਂ, ਮੈਂ ਹੀ ਅੰਤ, ਔਰ ਮੱਧ ਤੇ ਮੈਂ ਹੀ ਅੰਤ ਹਾਂ। ਹੁਣ ਕੀ ਕਹਿੰਦਾ ਹੈ, ਪ੍ਰਿਥਮ ਗਰਭ ਤੇ ਬਚਨ ਉਚਾਰੇ, ਜਿਹੜਾ ਕਹਿੰਦਾ ਸੀ ਮੈਂ ਹੀ ਮੈਂ ਹਾਂ। सो सब गर्भ गयो तैवरते पाए शर्म जब गिरगा तुरते। ਸ਼ਰਮ ਹੁੰਦਾ ਹੈ, ਦੁਖੀ ਹੋਣਾ, ਮਿਹਨਤ, ਜਦੋਂ ਕੋਈ ਮਿਹਨਤ ਕਰਦਾ ਹੈ ਤੇ ਸਰੀਰ ਨੂੰ ਮੁੜਕਾ ਵੀ ਆਉਂਦਾ। ਤਾਂ ਸ਼ਰਮ ਦਾ ਮਤਲਬ ਹੈ ਜਦੋਂ ਇਹ ਦੁਖੀ ਹੋਇਆ, ਡਿੱਗਦਾ ਹੋਇਆ ਥੱਲੇ ਨੂੰ ਜਾ ਰਿਹਾ ਧੁਰ, ਤਾਂ ਗੁਰੂ ਪਿਆਰੋ ਇਹਦਾ ਹੰਕਾਰ ਸਾਬਾ ਉੱਡ ਗਿਆ, ਕਫੂਰ ਹੋ ਗਿਆ ਹੈ। ਭਾਵ ਇਹਦਾ ਹੰਕਾਰ ਨਿਕਲ ਗਿਆ। ਜਿਹੜਾ ਕਹਿੰਦਾ ਸੀ ਇਹ ਨਿੱਕਾ ਜਿਹਾ ਕਮਲ ਹੈ, ਇਹ ਤਾਂ ਮੇਰੇ ਸਾਹਮਣੇ ਨਿੱਕਾ ਜਿਹਾ, ਇਹ ਮੇਰੀ ਲੱਤ ਨੂੰ ਝੱਲ ਲਵੇਗਾ। ਪਤਾ ਲੱਗਿਆ ਜਦੋਂ ਵਿੱਚ ਡਿੱਗਣ ਲੱਗਿਆ। यो दुखा तुर रोदन करही उस्तत प्रभ की बाहर उचरही। ਔਰ ਫੇਰ ਸਿਫਤਾਂ ਕਰਨ ਲੱਗਿਆ, ਨਹੀਂ ਨਹੀਂ ਮੈਨੂੰ ਗਲਤੀ ਹੋ ਗਈ ਮੈਥੋਂ, ਤੂੰ ਹੀ ਵੱਡਾ ਹੈ, मैं छोटा हाँ। नमो नमो अविनाशी स्वामी रूप न रेखना अंतर्जामी। नमस्कार है हे अंतर्जामी स्वामी मालका। जे तेरा रंग रूप रेख भेख नहीं, पर तू दिलां दियां बुझदा है। पार ब्रह्म परमेश्वर करता गर्जन गर्भ सकल दुख हरता। तू ही पार ब्रह्म है, तू ही परमेश्वर है, तू ही गर्भ नो गंजन खत्म करने वाला है। श्री अकाल पिक दीन दयाला काट नार से नेत तकाला। ਤਾਂ ਫਿਰ ਆਵਾਜ਼ ਆਈ, ਹੁਣ ਤਪ ਕਰ ਤਪ ਕਰ ਤਪ ਕਰ। ਉੱਥੋਂ ਫਿਰ ਬ੍ਰਹਮਾ ਨੂੰ ਬਾਹਰ ਨਹੀਂ ਕੱਢਿਆ, ਕਹਿੰਦੇ ਤੁਰ ਜਾ ਕੇ ਡਿੱਗਿਆ। ਤੇ ਜਦੋਂ ਜਾ ਕੇ ਤੁਰ ਡਿੱਗਿਆ ਤੇ ਫਿਰ ਉੱਥੇ ਇਹਨੇ ਬੱਚਾ ਬਣ ਕੇ 9 ਮਹੀਨੇ ਤਪ ਕੀਤਾ। ਆਪਾਂ ਹੀ ਸਾਰਿਆਂ ਨੇ ਕੀਤਾ।
ਕਿਸੇ ਹੋਰ ਦੀ ਕਹਾਣੀ ਨਹੀਂ, ਆਪਣੀ ਸਾਰਿਆਂ ਦੀ ਕਹਾਣੀ ਆ। ਕਹੋ ਸਤਿਨਾਮ। ਪਰਥਾਏ ਸਾਖੀ ਮਹਾਂਪੁਰਖ ਬੋਲਦੇ। ਤਪ ਕਿਵੇਂ ਕੀਤਾ? ਇਹਦਾ ਇਸ਼ਾਰਾ ਬਾਣੀ ਤੋਂ ਮਿਲਦਾ ਹੈ। ਮਾਤ ਗਰਭ ਮਹਿ ਆਪਨ ਸਿਮਰਨ ਦੇ। ਮਾਂ ਦੇ ਗਰਭ ਦੇ ਵਿੱਚ ਹੀ ਸਿਮਰਨ ਕਰਦੇ ਸੀ, ਜਿਹੜਾ ਪਰਮੇਸ਼ਰ ਨੇ ਸਾਨੂੰ ਦਿੱਤਾ ਸੀ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ। ਮਹਾਰਾਜ ਉਹ ਸਿਮਰਨ ਦੀ ਹੁਣ ਮੈਨੂੰ ਸੰਸਾਰ ਵਿੱਚ ਵੀ ਲੋੜ ਹੈ। ਤਹਿ ਤੁਮ ਰਾਖਣ ਹਾਰੇ ਪਾਵਕ ਸਾਗਰ ਥਾ ਲਹਿਰ ਮੈਂ ਤਾਰੋ ਤਾਰਨ ਹਾਰੇ। ਮਾਂ ਦੇ ਪੇਟ ਵਿੱਚ ਵੀ ਅੱਗ ਸੀ, ਲੇਕਿਨ ਬੱਚੇ ਦੇ 4 ਛਪੇਰੇ ਪਾਣੀ ਪਾਇਆ ਹੋਇਆ। ਕਹੋ ਸਤਿਨਾਮ। ਉਹ ਪਾਣੀ ਜਿਹੜਾ ਹੈ ਬੱਚੇ ਨੂੰ ਮਾਂ ਦੀ ਗਰਮੈਸ਼ ਤੋਂ ਬਚਾਉਂਦਾ ਹੈ। ਬਾਹਰ ਨਹੀਂ ਪੇਟ ਦੀ ਅਗਨੀ ਜਿਹਦੇ ਵਿੱਚ ਜਾ ਕੇ ਰੋਟੀ ਪਚ ਜਾਂਦੀ ਆ, ਖਾਧਾ ਪੀਤਾ ਹਜਮ ਹੋ ਜਾਂਦਾ, ਲੇਕਿਨ ਉਹੀ ਅੱਗ ਉਹਦਾ ਡਿਵੈਲਪ ਕਰਦੀ ਹੈ, ਉਸ ਬੱਚੇ ਦੀ ਰੱਖਿਆ ਕਰਦੀ ਹੈ। ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੀ ਉਥੈ ਤੇਰੀ। ਸਾਨੂੰ ਕਹਿ ਰਹੇ ਮਹਾਰਾਜ, ਰੱਬ ਨੂੰ ਨਹੀਂ ਕਹਿ ਰਹੇ, ਉੱਥੇ ਬੰਦੇ ਨੂੰ ਕਹਿ ਰਹੇ ਆ ਸਤਿਗੁਰੂ, ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੀ ਉਥੈ ਤੇਰੀ। ਰੱਖ ਅਗਨੀ। ਅਗਨੀ ਰੱਬ ਦੀ ਰਾਖੀ ਥੋੜਾ ਕਰਦੀ ਆ, ਉਹ ਤਾਂ ਆਪਣੀ ਕਰਦੀ ਆ। ਉਥੇ ਤੇਰੀ ਰੱਖ ਅਗਨੀ ਕਿੱਥੇ ਉਧਰ ਮਾਹੇ। ਸੁਣ ਕੇ ਜਮ ਕੇ ਦੂਤ, ਉਥੇ ਤੂੰ ਨਾਮ ਜਪਦਾ ਸੀਗਾ। ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਹੇ। ਭਾਵ ਉਥੇ ਦੁੱਖ ਨਹੀਂ ਸੀ ਆ ਰਿਹਾ ਬੱਚੇ ਨੂੰ। ਮਾਂ ਸਾਰੇ ਦੁੱਖ ਝੱਲਦੀ ਹੈ, ਲੇਕਿਨ ਬੱਚੇ ਨੂੰ ਕੋਈ ਦੁੱਖ ਨਹੀਂ ਆਉਣ ਦਿੰਦੀ। ਪਰਮੇਸ਼ਰ ਵੀ ਸੰਭਾਲਦਾ, ਮਾਂ ਵੀ ਸੰਭਾਲਦੀ। ਉਸ ਵੇਲੇ ਮਾਂ ਵੀ ਆਪਣਾ ਭੋਜਨ ਹਿਸਾਬ ਕਿਤਾਬ ਨਾਲ ਖਾਂਦੀ ਆ। ਕੋਈ ਗਰਮ ਵਸਤੂਆਂ ਨਹੀਂ ਖਾਂਦੀ, ਗਰਮ ਚੀਜ਼ਾਂ ਨਹੀਂ ਖਾਂਦੀ, ਗਰਮ ਦਵਾਈ ਨਹੀਂ ਲੈਂਦੀ, ਕਿਉਂਕਿ ਉਹਨੂੰ ਪਤਾ ਹੈ ਕਿ ਮੇਰੇ ਖਾਧੇ ਹੋਏ ਦਾ ਅਸਰ ਸਿੱਧਾ ਬੱਚੇ ਤੇ ਜਾ ਕੇ ਹੋਣਾ ਹੈ। ਕੋਈ ਸਤਿਨਾਮ। ਹੁੰਦਾ ਵੀ ਹੈ, ਇਹ ਮਾਈਆਂ ਸਭ ਜਾਣਦੀਆਂ। ਖੈਰ ਗੁਰੂ ਪਿਆਰਿਓ, ਫਿਰ ਇਹ ਬ੍ਰਹਮਾ ਧੁਰ ਜਾ ਕੇ ਡਿੱਗਿਆ। ਫਿਰ ਆਵਾਜ਼ ਆਈ, ਤਪ ਕਰ ਤਪ ਕਰ ਤਪ ਕਰ। ਫਿਰ ਸਮਾਂ ਆਇਆ, ਫਿਰ ਉੱਥੋਂ ਇਸ ਨੂੰ ਅਕਾਲ ਪੁਰਖ ਨੇ ਬਾਹਰ ਕੱਢਿਆ ਉਸ ਨਾਲ ਤੋਂ, ਉਸ ਕਮਲ ਦੀ ਨਾੜੀ ਚੋਂ। ਤੁਮ ਗੁਬਾਰ ਤੇ ਬਾਹਰ ਆਇਓ, ਬੈਠ ਕਮਲ ਪਰ ਬਹੁ ਸੁਖ ਪਾਇਓ। ਤਮ ਗੁਬਾਰ ਹਨੇਰਾ, ਮਾਂ ਦੇ ਪੇਟ ਵਿੱਚ ਹਨੇਰਾ ਹੀ ਆ। ਉੱਥੇ ਕੀ ਦਿਸਦਾ ਸਾਨੂੰ? ਪਾਤਸ਼ਾਹ ਦੀ ਬਾਣੀ ਵਿੱਚ ਲਿਖਿਆ ਹੈ, ਭਲਿਆ ਉਹ ਸਮਾਂ ਯਾਦ ਕਰ ਜਦੋਂ ਤੂੰ ਕਹਿੰਦਾ ਸੀ ਮਾਰ ਤੇ ਮੈਨੂੰ ਇੱਥੋਂ ਕੱਢ ਲਾ, ਫਿਰ ਮੈਂ ਤੇਰਾ ਨਾਮ ਜਪੂ। ਆਪਾਂ ਸਾਰਿਆਂ ਨੇ ਵਾਅਦਾ ਕੀਤਾ ਰੱਬ ਨਾਲ ਇਹ, ਪਰ ਬਾਹਰ ਆਉਂਦੇ ਹੀ ਆਪਾਂ ਸਾਰੇ ਭੁੱਲ ਗਏ ਆ। ਕੀ ਕਹਿੰਦੇ ਆ ਪਾਤਸ਼ਾਹ ਜੀ? ਕਹਿੰਦੇ ਉਹ ਭਿਅੰਕਰ ਜਗ੍ਹਾ, ਭਿਆਨਕ ਥਾਂ ਜਿੱਥੇ ਤੂੰ ਪੁੱਠਾ ਲਮਕਦਾ ਸੀ, ਸਿਰ ਤਲੇ ਪੈਰ ਉੱਪਰ ਹੈ। ਪੈਰ ਤਾਂ ਸੀ, ਸਿਰ ਥੱਲੇ ਸੀ, ਪੁੱਠਾ ਲਮਕਦਾ ਸੀ। ਸਿਰ ਤਲੇ ਪੈਰ ਉੱਪਰ ਹੈ। ਬਸੰਦੋ ਕੁਹੱਥੜਾ ਥਾਏ। ਕੁਹੱਥੜਾ ਬੜਾ ਹੀ ਭਿਆਨਕ, ਔਖਾ, ਬੜਾ ਦੁਖੀ ਸੀ ਉੱਥੇ, ਪਰ ਨਾਮ ਜਪਣ ਕਰਕੇ ਦੁੱਖ ਵਿਆਪਿਆ ਨਹੀਂ। ਬਸੰਦੋ ਕੁਹੱਥੜਾ ਥਾਏ, ਇਹੋ ਜਿਹੇ ਥਾਂ ਵਿੱਚ ਤੈਨੂੰ ਰੱਬ ਨੇ ਰੱਖਿਆ। ਸੋ ਧਨੀ ਕਿਉਂ ਵਿਸਾਰਿਓ ਉਧਰੇ ਜਿਸ ਦਾ ਨਾਏ, ਜਿਸ ਦੇ ਜਪਣ ਕਰਕੇ ਤੇਰਾ ਉਧਾਰ ਹੋਇਆ, ਤੂੰ ਮਰਿਆ ਨਹੀਂ ਤਾਂ ਗਲਦੇ ਵੀ ਬਹੁਤ ਹੈ। ਸੁਖਮਨੀ ਸਾਹਿਬ ਦੇ ਬਚਨ ਵਿੱਚ ਬਹੁਤ ਲਿਖਿਆ ਹੈ ਕਿ ਬਹੁਤ ਸਾਰੇ ਜੀਵ ਗਰਭ ਦੇ ਵਿੱਚ ਹੀ ਗਲ ਜਾਂਦੇ ਨੇ, ਪਰ ਸ਼ੁਕਰ ਕਰਕੇ ਤੂੰ ਜਿਉਂਦਾ ਜਾਗਦਾ ਜਨਮ ਲੈ ਲਿਆ। ਕਹੋ ਸਤਿਨਾਮ। ਤਾਂ ਇਸ ਕਰਕੇ ਇੱਥੇ ਪ੍ਰੀਤਮ ਜੀ ਕਹਿੰਦੇ ਹਨ, ਤਮ ਗੁਬਾਰ ਤੇ ਹਨੇਰੇ ਦੇ ਵਿੱਚੋਂ ਬਾਹਰ ਆਇਆ ਹੈ, ਫਿਰ ਮਾਂ ਦੀ ਗੋਦ ਰੂਪੀ ਕਮਲ 'ਚ ਬਹਿ ਗਿਆ। ਕਹੋ ਸਤਿਨਾਮ। ਮਾਂ ਦੀ ਗੋਦ ਰੂਪੀ ਕਮਲ ਹੈ। ਬੈਠ ਕਮਲ ਪਰ ਬਹੁ ਸੁਖ ਪਾਇਓ। ਭਾਵ ਉਸ ਬ੍ਰਹਮਾ ਨੂੰ ਕੱਢ ਕੇ ਫੇਰ ਕਮਲ ਤੇ ਬਿਠਾ ਦਿੱਤਾ ਹੈ। ਕਰਨ ਪ੍ਰਸ਼ੰਸਾ ਲਗਿਓ ਬਹੋਰੀ, ਬੰਦੇ ਬਾਰ ਬਾਰ ਕਰ ਜੋਰੀ। ਹੁਣ ਦੁਬਾਰੇ ਸਿਫਤ ਕਰਨ ਲੱਗਿਆ ਵੀ ਵਾਕਿਆ ਨਹੀਂ, ਮੈਥੋਂ ਪਰੇ ਕੋਈ ਹੋਰ ਵੀ ਹੈ। ਦੁਨੀਆ ਧੀਕ ਤੋਂ ਧੀਕ ਪਈ ਆ, ਪਰੇ ਤੋਂ ਪਰੇ ਪਈ ਆ। ਤਾਂ ਫੇਰ ਪਰਮੇਸ਼ਰ ਦੀ ਸਿਫਤ ਕਰਦਾ ਹੈ। ਆਗਮਾ ਗੋਚਰ ਅਰਕ ਅਨੰਤਾ, ਅਚੁੱਤ ਅਬੇ ਸ਼੍ਰੀ ਭਗਵੰਤਾ। ਤਾਂ ਇਹ ਸਾਨੂੰ ਸਿਫਤ ਕਰਨੀ ਚਾਹੀਦੀ ਹੈ। ਸੋ ਕਿਉਂ ਵਿਸਰੈ ਜਿਨ ਸਭ ਕਿਛ ਦੀਆ, ਸੋ ਕਿਉਂ ਵਿਸਰੈ ਜੇ ਜੀਵਨ ਜੀਆ, ਸੋ ਕਿਉਂ ਵਿਸਰੈ ਜੀ ਅਗਨ ਮੈਂ ਰਾਖੈ, ਗੁਰ ਪ੍ਰਸਾਦ ਕੋ ਬਿਰਲਾ ਲਾਖੈ। ਇਹ ਗੱਲ ਕੋਈ ਬਿਰਲਾ ਬਿਰਲਾ ਸਮਝਦਾ, ਗੁਰੂ ਕਿਰਪਾ ਸਦਕਾ। ਨਹੀਂ ਤਾਂ ਦਾਤ ਪਿਆਰੀ ਵਿਸਰਿਆ ਦਾਤਾਰਾ, ਦਾਤਾ ਮਿਲ ਗਿਆ, ਤੂੰ ਕੌਣ ਤੇ ਮੈਂ ਕੌਣ। ਕਹੋ ਸਤਿਨਾਮ। ਪਰ ਕੋਈ ਬਿਰਲਾ ਇਸ ਗੱਲ ਨੂੰ ਯਾਦ ਰੱਖਦਾ ਹੈ, ਜਦੋਂ ਬ੍ਰਹਮਾ ਤੇ ਭੀੜ ਪਈ, ਇਹਨੂੰ ਪਤਾ ਲੱਗਿਆ ਵੀ ਹਾਂ ਯਾਰ
ਕੋਈ ਹੋਰ ਪਾਵਰ ਹੈ ਤਾਂ ਸਹੀ ਜਿਹੜੀ ਦੁਨੀਆ ਨੂੰ ਚਲਾਉਂਦੀ ਆ। ਇਸ ਕਰਕੇ ਫਿਰ ਕਹਿੰਦਾ ਹੈ ਅਗੰਮ ਅਗੋਚਰ। ਅਗੰਮ ਦਾ ਮਤਲਬ ਹੈ ਗਮ ਹੁੰਦਾ ਰਸਤਾ, ਅਗੰਮ ਪਰੇ ਤੋਂ ਪਰੇ, ਅਗੋਚਰ ਗੋਚਰ ਹੁੰਦੀਆਂ ਇੰਦਰੀਆਂ ਸਾਡੀਆਂ, ਇਹਨਾਂ ਇੰਦਰੀਆਂ ਦੀ ਪਹੁੰਚ ਤੋਂ ਪਰੇ, ਅਲੱਖ ਇਹਨਾਂ ਅੱਖਾਂ ਦੇ ਲੱਖਣ ਤੋਂ ਵੀ ਪਰੇ, ਅਨੰਤਾ ਜਿਸ ਦਾ ਅੰਤ ਨਹੀਂ ਹੈ, ਅਚੁੱਤ ਜੋ ਸਭ ਦਾ ਪਿਆਰਾ ਹੈ, ਅਵੈ ਜਿਸ ਦੀ ਉਮਰ ਦਾ ਕੋਈ ਪਤਾ ਨਹੀਂ ਕਿੰਨੀ ਹੈ, ਕਦੋਂ ਬਣਿਆ, ਅਟਲ ਜਿਹੜਾ ਕਦੇ ਖਤਮ ਹੋਣ ਵਾਲਾ ਨਹੀਂ, ਭਗਵੰਤਾ ਅਬਨਾਸ਼ੀ ਪਰਮੇਸ਼ਰ ਹੈ ਤੋ ਸਤ ਰੂਪ ਅਨੂਪ ਲੇਖਾ ਨਿਤ ਅਭੂਤ ਅਛੂਤ ਅਪੇਖਾ। ਫਿਰ ਉਹੀ ਬ੍ਰਹਮਾ ਸਿਫਤਾਂ ਕਰਦਾ ਜਦੋਂ ਗੁਰੂ ਗਿਆਨ ਕਰਾਉਂਦਾ ਨਾ, ਫਿਰ ਕਹਿੰਦਾ ਸਤ ਹੈ, ਤੂੰ ਹੀ ਸਤ ਹੈ, ਬਾਕਿਆ ਤੇਰਾ ਕੋਈ ਰੂਪ ਨਹੀਂ ਹੈ। ਚੱਕਰ ਚਿਹਨ ਅਰ ਵਰਨ ਜਾਤੀ ਅਰ ਪਾਤ ਨਾਹਿਨ ਜੇ, ਅਰੂਪ ਹੈ ਅਨੂਪ ਹੈ, ਅਭੇਖ ਹੈ ਅਲੇਖ ਹੈ, ਅਨੰਤ ਹੈ ਮਹੰਤ ਹੈ। ਮਹੰਤ ਹੁੰਦਾ ਜੋ ਸਭ ਤੋਂ ਵੱਡਾ ਹੋਵੇ। ਅਸੀਂ ਗੁਰੂਆਂ ਦੇ ਗ੍ਰੰਥੀ ਨੂੰ ਮਹੰਤ ਕਹਿੰਦੇ ਆ ਵੱਡਾ ਮੰਨ ਕੇ, ਲੇਕਿਨ ਪਰਮੇਸ਼ਰ ਸਭ ਤੋਂ ਵੱਡਾ ਮਹੰਤ ਹੈ। ਕੋ ਸਤਿਨਾਮ। ਤਾਂ ਤੂੰ ਸਤ ਹੈ, ਰੂਪ ਰਹਿਤ ਹੈ, ਅਨੂਪ। ਤੇਰੀ ਉਪਮਾ ਕਰਨ ਵਾਸਤੇ ਮੈਂ ਕਿਸੇ ਦੂਜੇ ਦੀ ਉਦਾਹਰਣ ਨਹੀਂ ਦੇ ਸਕਦਾ ਕਿ ਫਲਾਣੇ ਵਰਗਾ, ਕਿਉਂਕਿ ਉਹਦੇ ਵਰਗਾ ਦੂਜਾ ਹੈ ਹੀ ਨਹੀਂ। ਕੋ ਸਤ ਕੀ ਕਹਾ ਫਿਰ ਮੈਂ ਕਿਹਦੇ ਵਰਗਾ ਹੈ, ਤਾਂ ਕਿ ਤੂੰ ਉਪਮਾ ਤੋਂ ਵੀ ਰਹਿਤ ਹੈ, ਲੇਖਿਆ ਜੋਖਿਆ ਤੋਂ ਪਰੇ, ਨਿਤਿਆ ਸਦਾ ਰਹਿਣ ਵਾਲਾ ਹੈ। ਇਹ ਅਨਿਤ ਨਾ ਨਿਤ ਹੈ, ਤੇ ਨਿਤ ਕੌਣ ਹੈ? ਪਰਮੇਸ਼ਰ। ਤੂੰ ਨਿਤ ਹੈ, ਅਭੂਤ ਹੈ, ਤੂੰ ਕਦੇ ਵੀ ਪਿਛਲਾ ਹੋਇਆ ਹੋਇਆ ਨਹੀਂ ਹੈ, ਤੂੰ ਹਰ ਵੇਲੇ ਹੈ, ਵਰਤਮਾਨ ਵਿੱਚ ਅੱਜ ਵੀ ਹੈ, ਔਰ ਸਭ ਤੋਂ ਆਰੰਭ ਵਿੱਚ ਤੂੰ ਸੀ, ਅਛੂਤ ਹੈ, ਤੂੰ ਛੂਤ ਛਾਤ ਤੋਂ ਪਰੇ ਹੈ। ਬ੍ਰਹਮ ਨੇ ਛੂਤ ਛਾਤ ਬਣਾਤਾ ਨਾ ਦੁਨੀਆ ਵਿੱਚ, ਲੋਕਾਂ ਨੂੰ ਪਾੜੋ ਤੇ ਰਾਜ ਕਰੋ ਵਾਲੀ ਗੱਲ, ਪਰ ਪਰਮੇਸ਼ਰ ਛੂਤ ਛਾਤ ਤੋਂ ਰਹਿਤ ਹੈ। ਤਾਂ ਤੇ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਮਿੱਤਰ ਮਰਾਸੀ ਮਰਦਾਨੇ ਨੂੰ ਬਣਾਇਆ, ਔਰ ਬ੍ਰਾਹਮਣਾਂ ਦੀਆਂ ਬਣਾਈਆਂ ਕੁਰੀਤੀਆਂ ਨੂੰ ਕੰਡਮ ਕੀਤਾ। ਜਨੇਊ ਨਾ ਪਾ ਕੇ ਗੁਰੂ ਪਿਆਰਿਓ ਪਾਤਸ਼ਾਹ ਨੇ ਬ੍ਰਾਹਮਣਾਂ ਦੀ ਉਸ ਰੀਤੀ ਨੂੰ ਤੋੜ ਦਿੱਤਾ ਹੈ ਕਿ ਕੇਵਲ ਕੋਈ ਧਾਰਮਿਕ ਚਿੰਨ੍ਹ ਪਾ ਕੇ ਪਵਿੱਤਰ ਨਹੀਂ ਹੋ ਸਕਦਾ, ਜਿੰਨਾ ਚਿਰ ਦਇਆ ਕਪਾ ਸੰਤੋਖ ਸੁਤ ਜਤ ਗੰਢੀ ਸੱਤ ਵੱਟ ਇਹਨਾਂ ਗੁਣਾਂ ਨੂੰ ਗ੍ਰਹਿਣ ਨਹੀਂ ਕਰਦਾ। ਕੋ ਸਤਿਨਾਮ। ਵਿਆਹ ਦੇ ਵਿੱਚ ਗੁਰੂ ਪਿਆਰਿਓ ਬਟਾਲਾ ਸਾਹਿਬ ਵਿਖੇ ਜਦੋਂ ਸਾਰੀ ਤਿਆਰੀ ਹੋ ਗਈ, ਬਰਾਤਾਂ ਪਹੁੰਚ ਗਈਆਂ, ਸਾਰੇ ਪਹੁੰਚ ਗਏ, ਤਾਂ ਫੇਰਿਆਂ ਦਾ ਸਮਾਂ ਹੋਇਆ ਤੇ ਬ੍ਰਾਹਮਣ ਆ ਗਏ। ਮੂਲੇ ਖੱਤਰੀ ਨੇ ਬ੍ਰਾਹਮਣ ਸੱਦੇ ਸੀ, ਕਹਿੰਦੇ ਚਲੋ ਬਈ। ਉਹਨਾਂ ਨੇ ਅੱਗ ਉੱਗ ਤਿਆਰ ਕੀਤੀ, ਆਹ ਬੁਲਾਓ ਵੀ ਲਾੜੇ ਨੂੰ ਬੁਲਾਓ, ਲੜਕੀ ਬੁਲਾਓ। ਲਾੜਾ ਪਹਿਲਾਂ ਆ ਗਿਆ, ਹਾਂਜੀ ਤਿਆਰੀ ਕਰੋ ਵਿਆਹ ਦੀ, ਫੇਰੇ ਲੈਣੇ ਆ। ਬਾਬਾ ਕਹਿੰਦਾ ਮੈਂ ਨਹੀਂ ਫੇਰੇ ਲੈਂਦਾ। ਅੱਗ ਦੇਖੋ ਸਭ ਸਿੱਖ ਦਾ ਪ੍ਰੋਬਲਾ ਪੈ ਗਿਆ, ਕਹਿੰਦੇ ਮੈਂ ਨਹੀਂ ਅੱਗ ਦੇ ਫੇਰੇ ਲੈਣੇ। ਕਿਉਂ? ਇਹ ਕੋਈ ਨਵੀਂ ਰੀਤ ਆ, ਪੁਰਾਣੀ ਰੀਤ ਆ। ਕਹਿੰਦੇ ਇਹੀ ਤਾਂ ਖੰਡਮ ਹੈ। ਮੇਰਾ ਗੁਰੂ ਅੱਗ ਨਹੀਂ ਹੈ, ਮੇਰਾ ਗੁਰੂ ਬ੍ਰਾਹਮਣ ਵੀ ਨਹੀਂ ਹੈ। ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੀ। ਅਰਜ ਉਰਜ ਕੇ ਪਚ ਮੁਆ ਚਾਰੋ ਵੇਦੋ ਮਾਹੇ। ਮੈਂ ਬਾਹਮਣ ਨੂੰ ਗੁਰੂ ਨਹੀਂ ਮੰਨਦਾ, ਨਾ ਮੈਂ ਅੱਗ ਨੂੰ ਮੱਥਾ ਟੇਕਾਂ। ਫਿਰ ਤੇਰਾ ਗੁਰੂ ਕੌਣ ਹੈ? ਮੇਰਾ ਗੁਰੂ ਸ਼ਬਦ ਹੈ। ਜਿਸ ਸ਼ਬਦ ਨੇ ਦੁਨੀਆ ਬਣਾਈ ਹੈ, ਸ਼ਬਦੇ ਧਰਤੀ, ਸ਼ਬਦੇ ਆਕਾਸ਼, ਸ਼ਬਦ ਹੈ ਸ਼ਬਦ ਭਇਆ ਪ੍ਰਕਾਸ਼। ਤਾਂ ਗੁਰੂ ਪਿਆਰੋ ਮੂਲਾ ਖੱਤਰੀ ਗੁੱਸੇ ਹੋ ਗਿਆ, ਕਹਿੰਦਾ ਜੇ ਤੂੰ ਫੇਰੇ ਨਹੀਂ ਲੈਂਦਾ ਤੇ ਅਸੀਂ ਤੈਨੂੰ ਕੁੜੀ ਨਹੀਂ ਦੇਣੀ। ਕੋ ਸਤਿਨਾਮ। ਉੱਥੇ ਇੱਕ ਭੰਡਾਰੀ ਗੋਲਦੇ ਰਹਿੰਦੇ ਆ, ਉਹ ਕਹਿੰਦੇ ਕੋਈ ਗੱਲ ਨਹੀਂ, ਜੇ ਮੂਲਾ ਚੋਣਾ ਨਹੀਂ ਆਪਣੀ ਧੀ ਦੇ ਸਾਕ ਦੇਊਗਾ ਉਹਨਾਂ ਨੂੰ, ਤਾਂ ਅਸੀਂ ਬੇਦੀਆਂ ਦੀ ਬਰਾਤ ਨੂੰ ਬਰੰਗ ਨਹੀਂ ਜਾਣ ਦੇਣਾ। ਸਾਡੇ ਧੀ ਹੈਗੀ, ਅਸੀਂ ਵਿਆਹ ਕਰਦੇ ਹਾਂ। ਜਦ ਮੂਲੇ ਨੂੰ ਪਤਾ ਲੱਗਿਆ ਵੀ ਭੰਡਾਰੀਆਂ ਨੇ ਸਲਾਹ ਕਰ ਲਈ ਆ ਲੜਕੀ ਵਿਆਹੁਣ ਦੀ, ਫਿਰ ਤਾਂ ਮੇਰੀ ਹੋਰ ਵੀ ਬੇਇੱਜ਼ਤੀ ਹੋ ਜੂ। ਫਿਰ ਬੇਬੇ ਸੁਲੱਖਣੀ ਨੇ ਵੀ ਸਮਝਾਇਆ ਹੋਣਾ ਕਿ ਬਾਪੂ ਦੇਖ, ਪਤੀ ਇੱਕ ਵਾਰੀ ਹੀ ਮੰਨਿਆ ਜਾਂਦਾ, ਮੈਂ ਨਾਨਕ ਜੀ ਨੂੰ ਪਤੀ ਮੰਨ ਲਿਆ, ਹੁਣ ਤੁਸੀਂ ਛੱਡੋ ਖਿਆਲ, ਜਿਵੇਂ ਉਹ ਕਹਿੰਦੀ ਉਵੇਂ ਕਰ ਲਓ। ਤਾਂ ਫਿਰ ਮੰਨ ਗਏ ਮੂਲਾ ਜੀ। ਤਾਂ ਫਿਰ ਗੁਰੂ ਪਿਆਰੋ ਨਾਨਕ ਜੀ ਨੇ ਕਹਿੰਦੇ ਉੱਥੇ ਇੱਕ ਬਚਨ ਕਹਿਤਾ ਸੀ, ਜਦੋਂ ਭੰਡਾਰੀਆਂ ਨੇ ਸਲਾਹ ਦੇਤੀ ਤੇ ਪਾਤਸ਼ਾਹ ਕਹਿੰਦੇ ਚੋਣੇ ਚੁਣੇ ਜਾਣਗੇ, ਭੰਡਾਰੀ ਭਰੇ ਰਹਿਣਗੇ। ਉਹਨਾਂ ਦਾ ਭੰਡਾਰੀ ਗੋਤ ਸੀ, ਮੂਲੇ ਖੱਤਰੀ ਦਾ, ਮਾਤਾ ਸੁਲੱਖਣੀ ਦੇ ਬਾਪ ਦਾ ਚੋਣੇ ਗੋਤ ਸੀ। ਤੋ ਖੈਰ ਫਿਰ ਗੱਲਬਾਤ ਹੋ ਗਈ ਵੀ ਚਲੋ ਜਿਵੇਂ ਤੁਸੀਂ ਲੈਣੀ ਆ ਉਵੇਂ ਲੈ ਲਓ। ਕਹਿੰਦੇ ਮੈਂ ਤਾਂ ਲਾਵਾਂ ਲਊਂਗਾ, ਉਹ ਵੀ 4 7 ਫੇਰੇ ਨਹੀਂ ਲੈਣੇ ਮੈਂ, ਨਾ 7 ਲਾਵਾਂ ਲਵਾਂ, 4 ਲਾਵਾਂ ਲਵਾਂਗਾ।
ਜਿਹੜੀਆਂ ਲਾਵਾਂ ਦੇ ਸ਼ਬਦ ਉਸ ਵੇਲੇ ਬਾਬੇ ਨਾਨਕ ਜੀ ਨੇ ਉਚਾਰੇ ਸੀ ਉਹ ਗੁਰਬਾਣੀ ਵਿੱਚ ਤਾਂ ਨਹੀਂ, ਉਹਨਾਂ ਦੀ ਜਨਮ ਸਾਖੀ ਵਿੱਚ ਲਿਖੇ ਹੋਇਆ। ਕੋਈ ਪੁਰਾਤਨ ਜਨਮ ਸਾਖੀ ਕੱਢ ਲਿਓ, ਜਿੱਥੇ ਬਾਬੇ ਨਾਨਕ ਦਾ ਵਿਆਹ ਹੋਵੇ ਉੱਥੇ ਲਿਖਿਆ ਹੈ ਰਾਮ ਮੂਹਰੇ ਲਾਇਆ ਫਿਰ ਬਲਰਾਮ ਜੀ ਉਹ ਕਰਕੇ ਤਾਂ ਲਿਖਿਆ ਹੈ। ਤੇ ਜਦੋਂ ਸਮਾਂ ਆਇਆ ਗੁਰੂ ਅਮਰਦਾਸ ਜੀ ਵੇਲੇ ਇੱਕ ਸਿੱਖ ਦੀ ਬੱਚੀ ਦਾ ਵਿਆਹ ਸੀ, ਤਾਂ ਗੁਰੂ ਪਿਆਰਿਓ ਹੁਣ ਸੰਸਾਰ ਦੇ ਵਿੱਚ ਉਹ ਗੁਰੂ ਨਾਨਕ ਦਾ ਵੀ ਸਿੱਖ ਸੀਗਾ ਤੇ ਬ੍ਰਾਹਮਣੀ ਮੱਤ ਵਿੱਚ ਵੀ ਜਾਂਦਾ ਸੀ। ਲੜਕੀ ਵਿਆਹੁਣ ਵੇਲੇ ਬ੍ਰਾਹਮਣਾਂ ਨੂੰ ਪੁੱਛਦੇ ਆ ਵੀ ਕੁੜੀ ਵਿਆਹੁਣੀ ਆ, ਹਾਂ ਹਾਂ ਕਿੰਨਾ ਖਰਚਾ ਆ ਜਾਊਗਾ। ਉਹਨੇ ਖਰਚਾ ਕਾਫੀ ਗਿਣਾਤਾ ਸੀ, ਗਰੀਬ ਸੀਗਾ। ਕਹਿੰਦਾ ਮਹਾਰਾਜ ਤੁਸੀਂ ਆਹ ਹੀ ਕੰਮ ਸੈੱਟ ਕਰ ਦਿਓ, ਸਾਡਾ ਲੜਕੀ ਦਾ ਵਿਆਹ ਕਰਨਾ, ਬ੍ਰਾਹਮਣ ਪੈਸੇ ਬਹੁਤ ਮੰਗਦਾ। ਅੱਛਾ ਕੋਈ ਗੱਲ ਨਹੀਂ, ਕਦੋਂ ਵਿਆਹ ਕਰਨਾ ਹੈ ਇੱਥੇ ਆ ਜਾਓ ਬੱਚਾ ਬੱਚੀ ਨੂੰ ਲੈ ਕੇ। ਜਾਂ ਫਿਰ ਗੁਰੂ ਰਾਮਦਾਸ ਜੇਠਾ ਜੀ ਨੂੰ ਕਹਿੰਦੇ ਪੁੱਤਰਾ ਤੂੰ ਜਾ ਇਹਨਾਂ ਦੇ ਘਰ ਜਾ ਔਰ ਬੱਚੇ ਬੱਚੀ ਦੀਆਂ 4 ਪ੍ਰਕਰਮਾਂ ਕਰਾ ਕੇ ਸ਼ਬਦ ਦੀਆਂ ਤੇ ਇਹਨਾਂ ਦਾ ਵਿਆਹ ਕਰਵਾ। ਉਸ ਵੇਲੇ ਤਾਂ ਸ਼ਬਦ ਬਹੁਤ ਲਿਖੇ ਜਾ ਚੁੱਕੇ ਸੀ ਤੀਜੇ ਪਾਤਸ਼ਾਹ ਵੇਲੇ ਤੱਕ। ਤਾਂ ਚੌਥਾ ਪਾਤਸ਼ਾਹ ਹਜੇ ਸੇਵਕ ਹੈ ਤੀਜੇ ਪਾਤਸ਼ਾਹ ਦਾ। ਤਾਂ ਇਹਨਾਂ ਨੇ ਆਪਣੇ ਸੇਵਕ ਜੇਠਾ ਜੀ ਨੂੰ ਰਾਮਦਾਸ ਪਾਤਸ਼ਾਹ ਜੀ ਨੂੰ ਭੇਜਿਆ। ਉਹਨਾਂ ਨੇ ਪੋਥੀ ਵਿਰਾਜਮਾਨ ਕਰਕੇ ਚੌਂਕੀ ਤੇ ਉਸ ਪੋਥੀ ਸਾਹਿਬ ਦੇ ਪ੍ਰਕਰਮਾਂ ਕਰਾਤੀਆਂ 4 ਤੇ ਵਿਆਹ ਹੋ ਗਿਆ, ਲਾਵਾਂ ਹੋ ਗਈਆਂ। ਜਦੋਂ ਚੌਥੇ ਪਾਤਸ਼ਾਹ ਗੱਦੀ ਤੇ ਬੈਠੇ ਫਿਰ ਇਹਨਾਂ ਨੇ ਲਾਵਾਂ ਰਚ ਦਿੱਤੀਆਂ ਪੱਕੇ ਤੌਰ ਤੇ। ਇਸੇ ਕਰਕੇ ਬ੍ਰਾਹਮਣਾਂ ਨੇ ਕੰਧ ਡੇਗਣ ਦੀ ਸਲਾਹ ਕੀਤੀ ਸੀ। ਕਹਾਣੀ ਬਣਾਤੀ ਕਿ ਕੁੜੀਆਂ ਨੇ ਮਜ਼ਾਕ ਕਰਨਾ ਸੀ ਕੰਧ ਸਿੱਟਣ ਵਾਸਤੇ, ਕੁੜੀਆਂ ਦਾ ਮਜ਼ਾਕ ਨਹੀਂ ਸੀਗਾ ਐਡਾ ਵੱਡਾ। ਬ੍ਰਾਹਮਣ ਕਹਿੰਦੇ ਨਾਨਕ ਜੇ ਤੂੰ ਫੇਰੇ ਨਹੀਂ ਲੈਂਦਾ ਸਾਡੇ ਨਾਲ ਚਰਚਾ ਕਰ ਬੈਠ ਕੇ। ਬਾਬਾ ਜੀ ਕਹਿੰਦੇ ਚਰਚਾ ਕਰ ਲੋ, ਕਰ ਲੈਣੇ ਆ। ਤੇ ਇਹ ਕੰਧ ਜਿਹੜੀ ਹੈ ਪੁਰਾਣਾ ਖੋਲਾ ਸੀ, ਉਹਦੇ ਕੰਧ ਸੀ ਇਹ ਕੱਲੀ ਖੜੀ ਸੀ 10 ਫੁੱਟ ਉੱਚੀ ਤੇ ਗੁਰੂ ਪਿਆਰੋ 12-13 ਫੁੱਟ ਲੰਬੀ ਸੀ। ਤੇ ਉਹ ਕੰਧ ਥੱਲਿਓਂ ਖੁਰੀ ਹੋਈ ਸੀਗੀ, ਵਾਕਿਆ ਹੀ ਡਿੱਗੂ ਡਿੱਗੂ ਕਰਦੀ ਸੀ। ਤੇ ਬ੍ਰਾਹਮਣਾਂ ਨੇ ਚਲਾਕੀ ਨਾਲ ਗੁਰੂ ਨਾਨਕ ਜੀ ਨੂੰ ਉਸ ਕੰਧ ਦੇ ਕੋਲ ਬਿਠਾ ਲਿਆ ਬਈ ਜੇ ਚਰਚਾ ਵਿੱਚ ਨਾ ਹਾਰਿਆ ਤੇ ਫਿਰ ਕਿਸੇ ਤਰ੍ਹਾਂ ਕੰਧ ਸਿੱਟ ਦੇਣਗੇ। ਤੇ ਇੱਕ ਮਾਤਾ ਆਉਂਦੀ ਹੈ, ਬੁੱਢੀ ਮਾਈ ਹੱਥ ਸੋਟੀ ਫੜੀ ਹੈ, ਪੁੱਤ ਹਾਂ ਬੇਬੇ ਉਹ ਤਾਂ ਕੰਧ ਤੋਂ ਪਾਸੇ ਹੋ ਜਾਓ, ਇਹ ਕੰਧ ਖੁਰੀ ਹੋਈ ਆ ਕਿਤੇ ਉੱਤੇ ਨਾ ਡਿੱਗ ਪਏ, ਕਿਤੇ ਬੇਬੇ ਨੂੰ ਭਿਣਕ ਪੈ ਗਈ। ਬੇਬੇ ਨੇ ਗੱਲ ਵੀ ਸੰਭਾਲ ਲਈ ਤੇ ਪਤਾ ਵੀ ਨਹੀਂ ਲੱਗਣ ਦਿੱਤਾ। ਜਦੋਂ ਬੇਬੇ ਨੇ ਕਿਹਾ ਜੀ ਕੰਧ ਡਿੱਗਣ ਵਾਲੀ ਆ ਪੁੱਤ ਪਾਸੇ ਹੋਰ ਕਿਤੇ ਬੈਠ ਜਾਓ, ਇਹ ਕੰਧ ਆ ਬੇਬੇ ਹੁਣ 4 ਜੁਗ ਨਹੀਂ ਦੇਖਦੀ। ਕਹੋ ਸਤਿਨਾਮ। ਅੱਜ ਤੱਕ ਗੁਰਦੁਆਰਾ ਕੰਧ ਸਾਹਿਬ ਬਟਾਲਾ ਸਾਹਿਬ ਵਿਖੇ ਸੁਭਾਏ ਮਾਨ ਹੈ, ਗੁਰੂ ਨਾਨਕ ਜੀ ਦੇ ਵਿਆਹ ਦੀ ਯਾਦਗਾਰ ਆ ਉੱਥੇ। तो कहन तो भाव है कि जिस वेले वो परिपूर्ण परमेश्वर परमात्मा जो आदि जुगादी है मारिया सिक्का जगत विच नानक निर्मल पंथ चलाया, इस तरह गुरु नानक जी ने एक नवा रस्ता चला दिता। तो इस करके गुरु पातशाह जी बख्श करते हैं कि वो परिपूर्ण परमेश्वर कैसा है, वो अछूत है, वो छूत छात नहीं मानता। को सतनाम। इत्थे गल चली सी ना, ब्राह्मणा ने छूत छात पैदा कर दिता। जिन्ने लोग जिमीदार दे नाल जुड़े हुए न, चाहे वह गुरु प्यारो खेतीबाड़ी च काम करने वाले है, चाहे वह दूजरा सोने चांदी दा कपड़े सियाउण दा घड़े बनाउण दा घमियार आदि, इन्हां सारियां नूं शूदर बना दिता। को सतनाम। आप ब्राह्मण बन गया ते बाणीए नूं अपने नाल ला लिया, ओनूं वैश कहता। तू व्यापारी होया, तू बाहरों समान लिया के ते इत्थे वेचिया कर। मैं ब्राह्मण हाँ, जिहड़ी ज्ञान की गल है, जो विद्या का गुरु प्यारो खजाना सी ब्राह्मण ने आपदे हाथ च रख लिया और उनकी भाषा भी संस्कृत करती कि आम बंदे नूं समझी ना आवे। आपदे ही बच्चियां नूं संस्कृत पढ़ाउंदे सी ओह। उस तो बाद शूद्र बनाता, तू सफाई करनी आ और साडी उतार तू पाउणी आ। गुरु प्यारो इन्हां दीयां पुराणियां कहानियां इन्हां दे ग्रंथां जो पढ़ीए ना ते पढ़ के शर्म आउंदी है किहो जे इन्हां ने कुरीतियां रीतियां बनाईयां होईयां सी। को सतनाम। मनोवृत्तियां उत्थे रखीए तां गुरु प्यारिओ परमेश्वर जिहड़ा वो जात पात सूर छात नहीं मनदा। और अवतारां ने इन्हां गल्लां दी साडे सामने रखीआं। इन्हां गल्लां नूं जिवें रामचंद्र गुरु प्यारो त्रेते युग दा अवतार मन्निया जांदा है, तां इस ने जाके भीलनी भाव जंगलां विच रहण वाली उस माई दे हत्थों बेर खाधे आ। जे कृष्ण जी की गल करिए तां एक गुरु प्यारो गरीब दाई नौकरानी रोजाना कंस दे हार पाउण जांदी आ बना के,
और एक टिक्का लेके जाती आ, रगड़ के तिलक लेके जाती आ। गुरु प्यारिओ एदा कुछ अपना कपूर मिला के चंदन मिला के एदा टिक्का रगड़ लेके जाती है मिलाउण वास्ते। ते ये माई कुब्बी सी, एदा नाम भी इतिहास विच उन्हां दे कुब्जा आया। ये कुब्बी सी तुरी करके तुरी जा रही है सोटी नाल, कहंदे इहनूं एक दिन अगों कृष्ण जी टक्कर गए। मन विच प्यार उम गया, ठहरो ठहरो महाराज मैं तुहाडे एक टिक्का ला दिया तिलक दा। ते कृष्ण जी ने नहीं कहा तू शूद्र है परे हो जा, को सतनाम खड़ गए, कहंदे ले माते ला दे। और खड़ गए और खड़े के माई दा गूठा ना पहुंचे मत्थे तक, लंबा सी काटे ना वो कुब्बी सी। ते गुरु पहले गूठा मत्थे तक ना गया ते कृष्ण जी ने थले पैर ते पैर धरिया ते गूठा फड़िया ते खिंचिया ते नाल लाया ते नाले कुंभ कढ़ता। को सतनाम, क्योंकि जब अवतारी है तो वह फिर कृपा ही करते हैं, जेड़ा भी शरण विच आवे ते उन्हें उदने फिर टिक्का भी लाया ते हार भी पाया। भाव अवतार जेहड़े आ जात पात छूत छात तो परे है, क्योंकि वह रब दे रूप हुंदे हन। अछूत है या भेख है, वह भेखां दे विच भी नहीं आउंदी, वह सारियां दे है, किसे एक दे नहीं। अकर्म अपरम अदैत नाशा अभे अनादि सुते प्रकाशा। तू कर्मा तो परे है, तू किसे कर्मा विच फसिया होया नहीं, तू भरमा तो परे है, तेरे अंदर कोई दूई दवैत नहीं, तैनू सारे ही अपने आ, क्योंकि है ही उसे दे। वो किनू माड़ा ते किनू चंगा कहे, इस करके वो सब नू संभालदा है। एक ना रंग ना मोह ना माया अजय अजन्मा अजर अजाया। अब है तू डरदा नहीं, अनादि सब तो पहला दा तू है, पर तेरे अनाद दा आरंभ दा नहीं पता तू कदों दा है। आद सच कहता, अनादि कहता, आद सच जुगाद सच है कि सच नानक होसी भी सच। अनादि आद दा कहता पर आद दा पता तो नहीं ना, ये सृष्टि कदों बनी, परमेश्वर ने किवें बनाई, ये वो जानदा है। सुतह प्रकाशा, तू अपनी मर्जी नाल जिथे मर्जी प्रकाश हो जावे, जिथे मर्जी गुप्त हो जावे। हुण परमेश्वर प्रकाश किवें हुंदा, जिवें भगत रविदास जी दी अंदरों फिर बाणी चल पई। कबीर साहब जिन्हां नूं शूद्र कहंदे सीगे, ब्राह्मणां ने ज्ञान नहीं दिता, पर इन्हां भगतां ने किवें ज्ञान प्राप्त कर लिया, उत्थे सीधा परमेश्वर प्रगट हो गया। भगत कबीर साहब जी रामानंद दे कोलों अद्धी रात नूं जाके राम नाम दे शब्द दा भी उपदेश लैंदे आ। इसे तरह भगत रविदास जी भजन बंदगी करदे आ। जिन्हां नूं ये लोग शूद्र कहंदे सी, मंदिरां दे नेड़े नहीं सी जाण दिंदे, वेदां दी बाणी नहीं सी पढ़न दिंदे, ते परमेश्वर ने उन्हां नूं सीधा ज्ञान करवा दिता। किवें प्रकाश करदा परमेश्वर, जिवें गुरु हरकृष्ण जी महाराज छज्जू महरे दे सिर ते अपनी छड़ी रख के कहंदे आ, छज्जू ये पंडित गीता दे अर्थ सुनने चाहुंदा सुना दे, फिर बस फिर चल पिया परमेश्वर दा शब्द अंदरों। को सतनाम, इउं प्रकाश हुंदा परमेश्वर दा शरीर कोई नहीं, पर जेड़ा शरीर उहनूं चंगा लगदा है उथों बोलण लग जांदा है। को सतनाम, कितों भी बोल सकदा हो। और गुरुआं ने ये तजर्बे संसार नूं दिखाए आ। छज्जू महरा जिहड़ा कदे मंदिर दे कोल नहीं टप्पिया होना, अंदर जाना दूर दी गल है, ते जद उहने गीता दे अर्थ करके सुनाए ते ब्राह्मण दी भी जीभ दंदा थल्ले आ गई, मतलब जवाब नहीं दे सकिया कोई। ऐसा वो परमेश्वर स्वतः प्रकाश है, जिथे जी चाहे प्रगट हो जाता है, जिथों जी चाहे अलोप हो जाता है। रेख ना रंग ना मोह ना माया, तेरा कोई रूप रेख नहीं, भाव ओदी फोटो असी लकीरां मार के नहीं बना सकते, ओदी फोटो कोई है ही नहीं गी। को सतनाम, कोई रेखा चित्र नहीं है। साडी ड्राइंग विच रेखा चित्र हुंदे सी, पहला पेंसिल दीयां लकीरां मार के पहला फोटो बनाउणी, फिर रंग भरने ओदे विच। ओदा कोई रेख रंग नहीं है, ओ मोह माया तो परे है, अजय ओनू कोई जित नहीं सकदा, अजन्मा ओ जमदा नहीं, अजर ओदी शक्ति जिहड़ी है वो अजर है। बाबे नानक दी पावर नूं, शक्ति नूं जे कोई जरन वाला निकलिया ते कौन निकलिया, लहना गुरु अंगद देव जी। वो अजर वस्तु अपनी जोत प्रकाश अपना ज्ञान उन्होंने लहना जी दे विच रख के गुरु अंगद बना दिता। अजाया अजाया हुंदा है मां प्यो, किहदा जाया तो फलाने फलाने दा,
ਤੇ ਪਰਮੇਸ਼ਰ ਦਾ ਤਾਂ ਕੋਈ ਮਾਂ ਪਿਓ ਵੀ ਹੈ ਨਹੀਂ, ਕਿਉਂਕਿ ਉਹ ਪ੍ਰਕਾਸ਼ ਆ, ਉਹ ਗਿਆਨ ਹੈ। ਸਭ ਤੇ ਦੂਰ ਸਭ ਤੇ ਨਿਯਤ ਪਾਸਾ, ਸਦਾ ਦੀਪ ਸਰਬ ਵਿੱਚ ਵਾਸਾ। ਹਾਂ, ਸਭ ਤੋਂ ਦੂਰ ਹੈ। ਜਿਹੜਾ ਨਹੀਂ ਖਿਆਲ ਕਰਦਾ ਉਹ ਤੋਂ ਦੂਰ ਹੈ, ਜਿਹੜਾ ਤੇਰੇ ਨਾਲ ਜੁੜ ਗਿਆ ਉਹਦੇ ਨਿਤ ਨੇੜੇ ਹੈ। ਸਦਾ ਅਲੇਪ ਤੂੰ ਨਿਰਲੇਪ ਹੈ। ਤੂੰ ਮਾਇਆ ਵਿੱਚ ਸੁਭਾਏਮਾਨ ਨਹੀਂ, ਲਿਪਾਏਮਾਨ ਨਹੀਂ ਹੁੰਦਾ ਸਾਡੇ ਵਾਂਗੂ। ਸਰਬ ਮੈਂ ਬਾਸਾ, ਸਾਰਿਆਂ ਵਿੱਚ ਰਹਿ ਕੇ ਨਿਰਲੇਪ ਹੈ। ਤੂੰ ਛੱਜੂ ਮਹਿਰੇ ਵਿੱਚ ਵੀ ਬੋਲ ਪਿਆ, ਤੂੰ ਗੁਰੂ ਹਰਕ੍ਰਿਸ਼ਨ ਵਿੱਚ ਵੀ ਹੈ। ਜੇ ਤੂੰ ਰਾਮਚੰਦਰ ਵਿੱਚ ਹੈ ਤੇ ਭੀਲਨੀ ਦੇ ਵਿੱਚੋਂ ਵੀ ਦਿਖਾਈ ਦਿੰਦਾ ਹੈ। ਤੇ ਗੁਰੂ ਪਿਆਰੋ ਕਹਿੰਦੇ ਜਿਸ ਵੇਲੇ ਇਹ ਉਦਾਸੀਆਂ ਲਾਉਂਦੇ ਹੋਏ ਆਪਣਾ ਜਦੋਂ 14 ਸਾਲ ਦਾ ਵਨਵਾਸ ਕੱਟਿਆ, ਤੇ ਇਹ ਜੰਗਲਾਂ ਵਾਲੀ ਭੀਲਨੀ ਜਿਹੜੀ ਆ ਉਹ ਰੋਜ਼ ਖਿਆਲ ਕਰਦੀ ਸੀ ਕਿ ਰਾਮ ਆਊਗਾ ਜੀ, ਆ ਗਿਆ ਤਾਂ ਮੈਂ ਕੀ ਸਿਖਾਉਂਗੀ। ਪ੍ਰਾਹੁਣਿਆਂ ਦੀ ਆਉਣ ਤੋਂ ਪਹਿਲਾਂ ਅਰੇਂਜਮੈਂਟ ਕਰੀਦਾ ਖਾਣ ਪੀਣ ਦਾ। ਜੰਗਲਾਂ ਵਿੱਚ ਕੀ ਮਿਲਣਾ, ਵਧੀਆ ਵਧੀਆ ਬੇਰ ਲੱਭਣੇ ਸ਼ੁਰੂ ਕੀਤੇ ਔਰ ਬੇਰ ਇਕੱਠੇ ਕਰਕੇ ਰੱਖ ਲਏ। ਔਰ ਰਸਤਿਆਂ ਉੱਤੇ ਰੋਜ਼ ਝਾੜੂ ਮਾਰਦੀ ਆ, ਪਤਾ ਨਹੀਂ ਇੱਧਰ ਦੀ ਆਉਣਗੇ ਕਿ ਇੱਧਰ ਦੀ ਆ ਜਾਣ, ਧਿਆਨ ਚੱਕ ਆਉਣਗੇ ਨਾ, ਪਤਾ ਨਹੀਂ ਕਦੋਂ ਆਉਣਗੇ। ਪਹੁੰਚ ਗਏ। ਭੀਲਨੀ ਗੁਰੂ ਪਿਆਰਿਓ ਬੜਾ ਸਤਿਕਾਰ ਪਿਆਰ ਕਰਦੀ ਹੈ ਔਰ ਉਹਨਾਂ ਨੂੰ ਜਲ ਪਾਣੀ ਛਕਾਉਂਦੀ ਆ, ਫਿਰ ਮਿੱਠੇ ਬੇਰ ਸਾਹਮਣੇ ਰੱਖਦੀ ਆ। ਪਰ ਮਨ 'ਚ ਖਿਆਲ ਆਇਆ ਕੋਈ ਕੌੜਾ ਕਸੈਲਾ ਖੱਟਾ ਬੇਰ ਨਾ ਮੂੰਹ 'ਚ ਪੈ ਜੇ, ਮੂੰਹ ਖਰਾਬ ਹੋ ਜਾਊਗਾ। ਤੇ ਇੱਕ ਦੰਦੀ ਵੱਢ ਕੇ ਚੈੱਕ ਕਰਦੀ ਆ, ਹੋਰ ਤਾਂ ਕੋਈ ਢੰਗ ਨਹੀਂ ਚੈੱਕ ਕਰਨ ਦਾ। ਆਪਦੀ ਚੈੱਕ ਕਰਦੀ ਆ ਔਰ ਖਾਧਾ ਹੋਇਆ ਬੇਰ ਦੰਦੀ ਵੱਢਿਆ ਹੋਇਆ ਫੜਾ ਦਿੰਦੀ ਆ, ਉਹ ਖਾ ਲੈਂਦੇ ਆ। ਇੱਕ ਲక్ష్మణ ਨੂੰ ਫੜਾਉਂਦੀ ਆ, ਲక్ష్మణ ਸੂਬ ਜੀ ਮੰਨ ਗਿਆ, ਕਹਿੰਦਾ ਯਾਰ ਕਿਹੋ ਜਿਹਾ ਰਾਮ ਹੈ। ਇਹ ਵੀ ਕਹਿੰਦਾ ਇਹੋ ਜਿਹੇ ਲੋਕਾਂ ਦੇ ਝੂਠੇ ਖਾਈ ਜਾਂਦਾ ਤੇ ਉਹ ਐਡਾ ਸਿੱਟ ਦਿੰਦਾ, ਕਹਿੰਦੇ ਉਹ ਖਾ ਹੀ ਜਾਂਦਾ। ਇਤਨੇ ਸਾਧੂਆਂ ਨੂੰ ਪਤਾ ਲੱਗਿਆ ਜਿਹੜੇ ਜੰਗਲ 'ਚ ਰਹਿੰਦੇ ਸੀਗੇ, ਭੀਲਨੀ ਨੂੰ ਬੜੀ ਨਫ਼ਰਤ ਕਰਦੇ ਸੀ ਉਹ, ਕਿਉਂਕਿ ਸੁੰਦਰ ਸੀ ਨਾ, ਨਫ਼ਰਤ ਕਰਦੇ ਸੀ। ਪਰ ਭੀਲਨੀ ਪਰਮੇਸ਼ਰ ਦੇ ਪਿਆਰੇ ਜਾਣ ਕੇ ਜੰਗਲ 'ਚੋਂ ਸੁੱਕੀਆਂ ਲੱਕੜਾਂ ਇਕੱਠੀਆਂ ਕਰਦੀ, ਜਿਹਨੇ ਵਿਹਲੀ ਸੀ, ਹੋਰ ਕੰਮ ਦਾ ਕੋਈ ਹੈ ਨਹੀਂ ਸੀ। ਕਠੜੀਆਂ ਬੰਨ੍ਹਦੀ ਔਰ ਉਹਨਾਂ ਰਿਸ਼ੀਆਂ ਦੀ ਕੁਟੀਆ ਕੋਲੇ ਸਿੱਟ ਜਾਂਦੀ ਵੀ ਚੱਲ ਅੱਗ ਬਾਲ ਲੈਣਗੇ, ਉਹ ਸੇਵਾ ਕਰਦੀ ਹੈ। ਇਹ ਸਾਧੂ ਇਕੱਠੇ ਹੋ ਕੇ ਕਹਿੰਦੇ ਰਾਮਚੰਦਰ ਕੋਲ ਆਏ, ਕਹਿੰਦੇ ਮਹਾਰਾਜ ਸਾਡਾ ਪੰਪਾਸਰ ਸਰੋਵਰ ਹੈ, ਇੱਕ ਪਾਣੀ ਦਾ ਸਰੋਤ ਹੈ, ਉਹ ਖਰਾਬ ਹੋ ਗਿਆ, ਉਹ 'ਚ ਕੀੜੇ ਪੈ ਗਏ, ਹੁਣ ਕੀ ਕਰੀਏ, ਉਹਨੂੰ ਠੀਕ ਕਰ ਦਿਓ। ਤੇ ਕਹਿੰਦੇ ਉਹ ਸਰੋਵਰ ਦੇ ਕੋਲ ਆ ਗਏ। ਉਹ ਕਹਿੰਦੇ ਹਾਂ ਕੀੜੇ ਤਾਂ ਬਹੁਤ ਪੈ ਗਏ। ਉਹ ਕਹਿੰਦੇ ਸਾਧੂਓ ਸੰਤੋ, ਤੁਸੀਂ ਆਪਣੀ ਭਜਨ ਬੰਦਗੀ ਤਪੱਸਿਆ ਦਾ ਫਲ ਦਿਓ, ਇਹ ਕੀੜੇ ਮਰ ਜਾਣਗੇ ਤੇ ਪਾਸੇ ਹੋ ਜਾਣਗੇ, ਨਿਕਲ ਜਾਣਗੇ, ਇਹਨਾਂ ਦਾ ਉਧਾਰ ਹੋ ਜਾਊਗਾ। ਕਹਿੰਦਾ ਜੀ ਅਸੀਂ ਕਿਵੇਂ ਕਰ ਸਕਦੇ ਹਾਂ? ਕਹਿੰਦੇ ਤੁਸੀਂ ਆਪਣੇ ਸੰਕਲਪ ਕਰਕੇ ਚ ਪੈਰ ਧੋਵੋ ਕਿ ਇਹਨਾਂ ਕੀੜਿਆਂ ਦਾ ਉਧਾਰ ਹੋ ਜੇ, ਪਾਣੀ ਸਾਡਾ ਸਾਫ਼ ਹੋ ਜੇ। ਉਹਨਾਂ ਨੇ ਪੈਰ ਧੋਤੇ ਸਾਰਿਆਂ ਨੇ ਇਕੱਠੇ ਹੋ ਕੇ, ਕੋਈ ਫਰਕ ਨਾ ਪਿਆ ਕਿਉਂਕਿ ਅੰਦਰ ਈਰਖਾ ਸੀਗੀ। ਕਬੀਰ ਸਾਹਿਬ ਜੀ ਕਹਿੰਦੇ ਜੀ ਇੱਕ ਬੰਦੇ ਨਾਲ ਵੀ ਤੁਸੀਂ ਈਰਖਾ ਕਰ ਲਈ ਨਾ, ਇੱਕ ਬੰਦੇ ਨਾਲ ਵੀ, ਤਾਂ ਤੁਸੀਂ ਰੱਬ ਦੀ ਨਿਗਾਹ ਵਿੱਚ ਪਾਸ ਨਹੀਂ ਹੋ ਸਕਦੇ। ਪੜੋ ਕਬੀਰ ਸਾਹਿਬ ਨੂੰ। ਕਬੀਰ ਸਾਹਿਬ ਕਹਿੰਦੇ ਜੋ ਤੁਮ ਹਮਕੋ ਦੂਰ ਕਰਤ ਹੋ ਤੋ ਮੁਕਤ ਬਤਾਵੋ। ਜੇ ਤੁਸੀਂ ਮੈਨੂੰ ਮਾੜਾ ਕਹਿੰਦੇ ਹੋ, ਤੁਸੀਂ ਕਦੇ ਵੀ ਮੁਕਤ ਨਹੀਂ ਹੋ ਸਕਦੇ, ਕਿਉਂਕਿ ਰੱਬ ਸਾਰਿਆਂ ਤੇ ਵਸਦਾ ਹੈ। ਕੋ ਸਤਿਨਾਮ। ਰਾਮ ਜੀ ਕਹਿੰਦੇ ਕਿਉਂ ਹੋਏ ਨਹੀਂ ਸਾਹਿਬ? ਕਹਿੰਦੇ ਨਾਰਦ ਤੁਸੀਂ ਅਵਤਾਰ ਹੋ, ਤੁਸੀਂ ਚਰਨ ਪਾਓ ਨਾ। ਕਹਿੰਦੇ ਮੇਰੇ ਪੈਰ ਪਾਇਆ ਤਾਂ ਹੋਰ ਵੀ ਗੰਦਾ ਹੋ ਜਾਊ, ਕਿਉਂਕਿ ਅਵਤਾਰਾਂ ਨੇ ਸ਼ਬਦ ਨਾਲ ਜੋੜਨਾ। ਕਹਿੰਦੇ ਕੋਈ ਹੋਰ ਸੰਤ ਹੈ ਨਹੀਂ ਇੱਥੇ? ਕਹਿੰਦੇ ਨਾ ਜੀ ਸਾਰੇ ਆ ਗਏ। ਕੋਈ ਬੀਬੀ? ਨਾ ਜੀ ਬੀਬੀ ਦਾ ਕੋਈ ਨਹੀਂ। ਕੋਈ ਦੇਖ ਲਓ, ਨਿਗਾਹ ਮਾਰੋ, ਜਾਣਦੇ ਤਾਂ ਸੀਗੇ। ਕਹਿੰਦੇ ਕਬੀਰ ਨਹੀਂ? ਨਾ ਜੀ ਉਹ ਤਾਂ ਸ਼ੂਦਰ ਹੈ। ਕਹਿੰਦੇ ਖਬਰ ਆ ਵੱਧ ਭਗਤੀ ਕਰਦੀ ਹੋਵੇ, ਬੁਲਾਓ ਉਹਨੂੰ। ਉਹਨਾਂ ਦੇ ਰਾਹੀਂ ਭੀਲਨੀ ਨੂੰ ਬੁਲਾਏ। ਭੀਲਨੀ ਨੂੰ ਕਹਿੰਦੇ ਐ ਕਰ ਮਾਤੇ, ਇਹ ਸਰੋਵਰ ਦੇ ਵਿੱਚ ਆਪਣੇ ਚਰਨ ਧੋ ਦੇ, ਇਹ ਪਾਣੀ ਸਾਫ਼ ਹੋ ਜਾਊਗਾ ਤੇ ਰਿਸ਼ੀ ਪੀ ਲੈਣਗੇ। ਜਿਸ ਦੇ ਨਾਲ ਈਰਖਾ ਕਰਦੇ ਆ ਬਈ ਇਹ ਸ਼ੂਦਰ ਹੈ, ਉਹਦੇ ਪੈਰਾਂ ਦਾ ਪਾਣੀ ਉਹਨਾਂ ਸਾਧੂਆਂ ਨੂੰ ਪੀਣਾ ਪਿਆ। ਕਹੋ ਸਤਿਨਾਮ। ਭੀਲਨੀ ਨੇ ਪੈਰ ਧੋਤੇ, ਪਰਮੇਸ਼ਰ ਨੇ ਕਿਰਪਾ ਕੀਤੀ ਔਰ ਪੰਪਾਸਰ ਸਰੋਵਰ ਸਾਫ਼ ਹੋ ਗਿਆ। ਫਿਰ ਉਹਨਾਂ ਨੂੰ ਸਮਝਾਇਆ ਵੀ ਈਰਖਾ ਨਹੀਂ ਕਰਨੀ ਕਿਸੇ ਦੇ ਨਾਲ। ਇੱਥੇ ਮੰਗਤੇ ਵੀ ਆਉਂਦੇ ਨਾ, ਇੱਥੇ ਰਾਜੇ ਵੀ ਆਉਂਦੇ ਐ। ਇੱਕ ਭਾਏ ਦੇਖੋ ਸਭ ਨਾਰੀ, ਸਭ ਦੇ ਨਾਲ ਇੱਕੋ ਜਿਹਾ ਸਤਿਕਾਰ ਪਿਆਰ ਕਰੋ। ਕਿਆ ਜਾਣੋ ਸਹਿ ਕੌਣ ਪਿਆਰੀ, ਕੀ ਪਤਾ ਰੱਬ ਦੇ ਕਿਹੜਾ ਨੇੜੇ ਹੋਵੇ। ਕੋ ਸਤਿਨਾਮ। ਇੱਕ ਬੰਦੇ ਨੂੰ ਵੀ ਅਸੀਂ ਜੇ ਈਰਖਾ ਕਰਕੇ ਮਾੜਾ ਕਹਿਤਾ ਨਾ, ਉੱਥੇ ਸਾਡੀ ਭਗਤੀ ਸਭ ਖਤਮ ਹੋ ਜਾਣੀ ਹੈ।
ਤੀਰਥ ਵਰਤਿਆ ਦਾਨ ਕਰ ਮਨ ਮੈਂ ਧਰੇ ਗੁਮਾਨ ਨਾਨਕ ਨੇ ਫਰਜਾਤ ਤੇ ਜੋ ਕੁੰਚਰੀ ਇਸ਼ਨਾਨ। ਕੀ ਕਹਿੰਦਾ ਬ੍ਰਹਮਾ ਪਰਮੇਸ਼ਰ ਦੀ ਸਿਫਤ ਕਰਦਾ ਹੋਇਆ, ਨੇਤ ਨੇਤ ਨੇਤਨਾ ਪ੍ਰਪਾਰਾ ਸੰਸਰ ਨਾਮਸ ਬਦਨ ਉਚਾਰਾ। ਤੂੰ ਤਾਂ ਨਿਤ ਨਵੇਂ ਅਪਰ ਅਪਾਰ ਹੈ। ਐਦਾਂ ਬ੍ਰਹਮਾ ਨੇ ਆਪਣੇ ਮੂੰਹ ਚੋਂ ਫਿਰ ਸਹੰਸਰ ਨਾਮਾ ਭਾਵ ਹਜ਼ਾਰਾਂ ਹੀ ਨਾਮ ਪਰਮੇਸ਼ਰ ਦੇ ਲੈ ਕੇ ਪਰਮੇਸ਼ਰ ਦੀ ਸਿਫਤ ਕੀਤੀ ਆ। ਤੈਚਨ ਨਭ ਬਾਣੀ ਪੁਨ ਹੋਈ ਵੇਗ ਗਰਜ ਮਾਤੂਰੀ ਜੋ ਸੋਈ। ਔਰ ਫਿਰ ਆਕਾਸ਼ਬਾਣੀ ਹੋਈ ਬ੍ਰਹਮਾ ਦੇ ਵੱਲ ਮਿੱਠੀ ਆਵਾਜ਼ ਦੇ ਵਿੱਚ, ਦੋਹਰਾ ਤਪ ਕਰੋ ਕਹਿਓ ਪਾਰਿਓ ਦੀਨ। ਕਹਿੰਦੇ ਚੱਲ ਹੁਣ ਬਹਿ ਕੇ ਤਪੱਸਿਆ ਕਰ। ਇੱਕ ਤਾਂ ਮਾਤਾ ਨੇ ਉਹਦੇ ਵਿੱਚ ਵੀ ਤਪੱਸਿਆ ਕੀਤੀ ਆ ਬੱਚੇ ਨੇ, ਹੁਣ ਪੈਦਾ ਹੋ ਗਿਆ ਹੁਣ ਫਿਰ ਤਪੱਸਿਆ ਕਰ ਬੈਠ ਕੇ। ਕਿਉਂਕਿ ਜਿੰਨੇ ਵੀ ਬ੍ਰਹਮ ਗਿਆਨੀ ਹੋਏ ਆ, ਸਾਧੂ ਸੰਤ ਹੋਏ ਆ, ਨਾਮ ਜਪਣ ਵਾਲੀਆਂ ਰੂਹਾਂ ਹੋਈਆਂ, ਇਹਨਾਂ ਨੇ ਪਹਿਲਾਂ ਤਪੱਸਿਆ ਕੀਤੀ ਆ। ਬਾਬੇ ਨਾਨਕ ਦੇ ਬਾਰੇ ਭਾਈ ਗੁਰਦਾਸ ਜੀ ਲਿਖਦੇ ਆ, ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਅੱਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰਸਿਓ ਬਣ ਆਈ। ਬਾਬਾ ਦੇਖੈ ਧਿਆਨ ਕਰ, ਜਿਵੇਂ ਹੱਥ ਉੱਤੇ ਔਲਾ ਰੱਖਿਆ ਹੋਵੇ ਇਉਂ ਸ੍ਰਿਸ਼ਟੀ ਦਿਸਣ ਲੱਗੀ। ਬਾਬਾ ਦੇਖਿਆ ਧਿਆਨ ਕਰ, ਜਲਤੀ ਸਾ ਪ੍ਰਿਥਵੀ ਦਿਸ ਆਈ, ਚੱਲਿਆ ਸੋਧਨ ਧਰਤ ਲੁਕਾਈ, ਸਿੱਧ ਆਖਰ ਸਭ ਜਗ ਦੇ ਧਨ ਨਾਨਕ ਤੇਰੀ ਵੱਡੀ ਕਮਾਈ। ਗੁਰੂ ਪਿਆਰਿਓ, ਜਿਨ੍ਹਾਂ ਨੇ ਵੀ ਕੁਛ ਪਾਇਆ ਤਪੱਸਿਆ ਕਰਕੇ ਪਾਇਆ। ਆ ਰਾਜਿਆਂ ਨੂੰ ਰਾਜ ਵੀ ਤਪੱਸਿਆ ਕਰਕੇ ਮਿਲਿਆ। ਤੇ ਗੁਰੂ ਪਿਆਰਿਓ, ਤੇ ਜੇ ਇਹ ਲੋਕ ਅੱਜ ਤਪੱਸਿਆ ਕਰਕੇ ਰਾਜ ਪ੍ਰਾਪਤ ਹੋਇਆ, ਰਾਜ ਵੀ ਜਾ ਕੇ ਜਨਤਾ ਨੂੰ ਦੁੱਖ ਦਿੰਦੇ ਆ, ਇਹਨਾਂ ਦੀ ਤਪੱਸਿਆ ਦਾ ਫਲ ਖਤਮ ਤੇ ਨਰਕ ਸ਼ੁਰੂ ਹੈ। ਕਹੋ ਸਤਿਨਾਮ। ਤਪੋ ਰਾਜੋ ਨਰਕੇ ਚੱਕਰਾਂ 'ਚ ਚੱਲਦਾ ਰਹਿੰਦਾ। ਕਹੋ ਸਤਿਨਾਮ। ਖੈਰ ਮਨੋ ਬਿਰਤੀਆਂ ਉੱਥੇ ਰੱਖੀਏ। ਪਰਮੇਸ਼ਰ ਦੀ ਫੇਰ ਆਵਾਜ਼ ਹੋਈ, ਚੱਲ ਸ਼ੁਕਰ ਹੈ ਟਾਈਮ ਨਾਲ ਸਮਝ ਗਿਆ, ਹੁਣ ਤੂੰ ਤਪੱਸਿਆ ਕਰ, ਤੈਨੂੰ ਫੇਰ ਪਤਾ ਲੱਗੂਗਾ। ਜਗ ਰਚਨੇ ਕੀ ਸ਼ਕਤ ਹੈ ਰਚੋ ਬਹੁਰ ਪਰਬੀਨਾ। ਓਏ ਤੂੰ ਤਾਂ ਸ੍ਰਿਸ਼ਟੀ ਰਚ ਸਕਦਾ ਹੈ। ਜਦੋਂ ਕਹਿੰਦਾ ਸੀ ਮੈਂ ਬਣਾਉਣਾ, ਉਦੋਂ ਰੱਬ ਨੇ ਕਰਤਾ ਨਹੀਂ, ਮੈਂ ਨਹੀਂ ਕਹਿਣਾ। ਕਹੋ ਸਤਿਨਾਮ। ਮੈਨੂੰ ਇੱਥੇ ਕੋਈ ਥਾਂ ਨਹੀਂ। ਤੇ ਜਦੋਂ ਸਿੱਧੇ ਰਸਤੇ ਤੇ ਆ ਗਿਆ, ਸਿਵਤ ਆਪਣਾ ਸਿਫਤ ਕਰਦਾ ਪਰਮੇਸ਼ਰ ਦੀ। ਪਰਮੇਸ਼ਰ ਕਹਿੰਦੇ ਪਹਿਲਾਂ ਤਪ ਕਰ, ਫਿਰ ਤੇਰੇ ਅੰਦਰ ਸ੍ਰਿਸ਼ਟੀ ਨੂੰ ਰਚਣ ਦੀ ਸ਼ਕਤੀ ਉਹ ਕਾਹਦੇ ਵਿੱਚ ਹੈ? ਬ੍ਰਹਮ ਦੇ ਵਿੱਚ। ਕਹਿੰਦੇ ਬ੍ਰਹਮ ਦੇ 5 ਮੂੰਹ ਹੈ ਬ੍ਰਹਮਾ ਦੇ। ਉਹ ਕੋਈ ਬੰਦਾ 5 ਮੂੰਹਾਂ ਵਾਲਾ ਨਹੀਂ ਹੈ। ਸਾਡਾ ਜੋ ਬ੍ਰਹਮ ਸਾਡੇ ਅੰਦਰ ਹੈ, ਉਹਦਾ ਇੱਕ ਮੂੰਹ ਅੱਖ ਹੈ ਦੇਖਣਾ, ਦੂਜਾ ਮੂੰਹ ਹੈ ਸਾਡੇ ਕੰਨ ਸੁਣਦਾ, ਤੀਜਾ ਮੂੰਹ ਹੈ ਬੋਲਣ ਵਾਲਾ, ਤੇ ਚੌਥਾ ਮੂੰਹ ਹੈ ਸੁੰਘ ਕੇ ਵੀ ਫੀਲ ਕਰ ਲੈਂਦਾ, ਤੇ ਪੰਜਵਾਂ ਮੂੰਹ ਹੈ ਸੁਰਤ ਦੇ ਨਾਲ ਵੀ ਕਿਧਰੇ ਆਉਂਦਾ ਜਾਂਦਾ। ਇਹ 5 ਮੂੰਹ ਸਾਡੇ ਅੰਦਰਲੇ ਬ੍ਰਹਮ ਦੇ ਹੀ ਹੈ। ਕਹੋ ਸਤਿਨਾਮ। ਬਾਹਰ ਕਹਾਣੀ ਘੜਤੀ, ਕਹਿੰਦੇ ਬ੍ਰਹਮਾ ਆਪਣੀ ਧੀ ਤੇ ਹੀ ਮੋਹਿਤ ਹੋ ਗਿਆ। ਨਹੀਂ, ਧੀ ਤੇ ਨਹੀਂ ਹੋਇਆ, ਉਹ ਆਪਣੇ ਆਪੇ ਤੇ ਹੀ ਮੋਹਿਤ ਹੋਇਆ, ਆਪਣੇ ਆਪੇ ਨਾਲ ਜੁੜਿਆ। ਕਹੋ ਸਤਿਨਾਮ। ਕਹਾਣੀਆਂ ਹੋਰ ਦੀਆਂ ਹੋਰ ਘੜਤੀਆਂ ਲੋਕਾਂ ਨੇ। ਤੇ ਗੁਰੂ ਪਿਆਰਿਓ, ਬ੍ਰਹਮਾ 5 ਮੂੰਹਾਂ ਵਾਲਾ ਇੱਕ ਸਰੀਰ ਬਣਾ ਦਿੱਤਾ, ਫੋਟੋ ਬਣਾਤੀ, ਮੂਰਤੀ ਬਣਾਤੀ। ਬਾਣੀ ਇਸ ਗੱਲ ਨੂੰ ਕੱਟਦੀ ਹੈ। ਬਾਣੀ ਕਹਿੰਦੀ ਬ੍ਰਹਮਾ ਜਲ ਹੈ, ਜਲ ਤੋਂ ਹੀ ਸ੍ਰਿਸ਼ਟੀ ਦੀ ਉਤਪਤੀ ਹੁੰਦੀ ਹੈ, ਬਿੰਦ ਤੋਂ ਹੀ ਸਭ ਕੁਝ ਬਣਦਾ ਹੈ। ਤੇ ਬ੍ਰਹਮਾ ਜਲ ਹੈ, ਔਰ ਜਿਹੜਾ ਸ਼ਿਵ ਮਹਾਦੇਵ ਜੀ ਨੂੰ ਕਹਿੰਦੇ ਆ, ਉਹ ਅਗਨੀ ਹੈ, ਸਭ ਨੂੰ ਲੈ ਕਰ ਦਿੰਦੀ ਆ, ਮਿੱਟੀ ਵਿੱਚ ਮਿਲਾ ਦਿੰਦੀ ਆ। ਔਰ ਜਿਹੜਾ ਵਿਸ਼ਨੂੰ ਉਹ ਹਵਾ ਹੈ, ਸਾਡਾ ਸਵਾਸ ਹੈ। ਇਹ ਜਿਹੜਾ ਚੱਲਦਾ ਹੈ ਸਾਨੂੰ ਪਾਲਦਾ, ਵੱਡੇ ਕਰਦਾ, ਜਿੰਨਾ ਚਿਰ ਚੱਲਦਾ ਹੈ। ਕ੍ਰਿਸ਼ਨ ਦੇ 2 ਰੂਪ ਮੰਨੇ ਗਏ ਆ ਇਹਨਾਂ ਦੇ ਇਤਿਹਾਸ ਵਿੱਚ। ਕ੍ਰਿਸ਼ਨ ਦੇ 2 ਰੂਪ ਮੰਨੇ ਗਏ ਆ, ਇੱਕ ਕਾਲਾ ਤੇ ਇੱਕ ਗੋਰਾ। ਪੁੱਛ ਲੋ ਚਾਹੇ ਇਹਨਾਂ ਨੂੰ, ਬਈ 2 ਰੂਪ ਕਿਉਂ ਮੰਨੇ ਗਏ ਕ੍ਰਿਸ਼ਨ ਦੇ ਵੀ? ਇੱਕ ਤਾਂ ਗੋਰਾ ਬੜਾ ਸੁੰਦਰ ਹੈ, ਇੱਕ ਕਾਲਾ ਹੈ। ਅਸਲ ਦੇ ਵਿੱਚ ਜਿਹੜੀ ਆਕਸੀਜਨ ਜੋ ਸਵਾਸ ਲੈ ਰਹੇ ਆ ਨਾ, ਇਹ ਕ੍ਰਿਸ਼ਨ ਹੈ। ਆਕਸੀਜਨ ਗੋਰਾ ਹੈ, ਕਾਰਬਨ ਡਾਈਆਕਸਾਈਡ ਕਾਲਾ ਹੈ। ਕਹੋ ਸਤਿਨਾਮ। ਆਕਸੀਜਨ ਆਪਣਾ ਜੀਵਨ ਹੈ, ਸਾਡੀ ਛੱਡੀ ਹੋਈ ਕਾਰਬਨ ਡਾਈਆਕਸਾਈਡ ਦਰਖਤਾਂ ਦਾ ਜੀਵਨ ਹੈ। ਕਹੋ ਸਤਿਨਾਮ। ਸਾਡੀ ਛੱਡੀ ਹੋਈ ਜਿਹੜੀ ਕਾਰਬਨ ਡਾਈਆਕਸਾਈਡ ਆ, ਜੋ ਸਾਹ ਲਿਆ ਆਪਾਂ, ਇਹ ਸਾਨੂੰ ਦਿੱਤਾ ਦਰਖਤਾਂ ਨੇ ਕਲੀਅਰ ਕਰਕੇ। ਇਹ ਪਰਮੇਸ਼ਰ ਦੀ ਫੈਕਟਰੀ ਹੈ ਆਕਸੀਜਨ ਬਣਾਉਣ ਦੀ। ਜਿੰਨੇ ਦਰਖਤ ਲਾਓਗੇ ਉਨੀ ਆਕਸੀਜਨ ਵੱਧ ਬਣੂਗੀ। ਕਹੋ ਸਤਿਨਾਮ। ਤੇ ਸਾਡੀ ਛੱਡੀ ਹੋਈ ਜਿਹੜੀ ਖਰਾਬ ਹੋਈ ਹਵਾ ਹੈ, ਕਾਰਬਨ ਡਾਈਆਕਸਾਈਡ,
ਛੱਡਿਆ ਹੋਇਆ ਸਵਾਸ ਇਹਨੂੰ ਫਿਰ ਲੈਂਦੀ ਆ ਦਰਖਤ, ਉਹਨੂੰ ਫਿਰ ਪੁਨਸ਼ਨ ਕਰਕੇ ਕਲੀਅਰ ਕਰਕੇ ਸਾਨੂੰ ਫਿਰ ਅਕਸ਼ ਮੰਗਦੇ ਆ। ਤਾਂ ਤੇ ਇਹ ਕ੍ਰਿਸ਼ਨਿਕ ਸਰਬ ਦੇਵਾ, ਦੇਵ ਦੇਵਾ ਤੇ ਆਤਮਾ, ਇਹ ਸਾਡਾ ਸਵਾਸ ਹੀ ਸਾਰਿਆਂ ਦਾ ਦੇਵਤਾ ਹੈ, ਆਤਮਾ ਹੈ, ਹੋਰ ਕੋਈ ਬਾਹਰ ਦੀ ਗੱਲ ਨਹੀਂ। ਕਿਉਂਕਿ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੇ। ਇਸ ਕਰਕੇ ਇਹ ਕ੍ਰਿਸ਼ਨ ਬਾਬੇ ਨੇ ਸਹਿਜ ਕੀਤੀ ਵਿੱਚ ਲਿਖਿਆ ਬਾਣੀ 'ਚ, ਇਹ ਕ੍ਰਿਸ਼ਨ ਸਰਬ ਦੇਵਾ, ਇੱਕ ਕ੍ਰਿਸ਼ਨ ਹੀ ਸਾਰਿਆਂ ਦਾ ਦੇਵਤਾ ਹੈ। ਭਾਵ ਸਵਾਸ ਹੀ ਸਭ ਦਾ ਮਾਲਕ ਹੈ, ਪੂਜਨ ਯੋਗ ਹੈ। ਕਿਸੇ ਦੀ ਧੌਣ ਫੜੋ ਪੁੱਟੋ ਨਾ, ਯਾਰ ਛੱਡ ਮੇਰਾ ਸਵਾਸ ਨਿਕਲ ਜੂ ਕੋ ਸਤਿ। ਭਾਵ ਸਵਾਸ ਨੂੰ ਆਪਾਂ ਸਾਰੇ ਪਿਆਰ ਕਰਦੇ ਆ, ਪਸ਼ੂ ਵੀ ਕਰਦਾ, ਪੰਛੀ ਵੀ ਕਰਦਾ, ਜਿਹੜਾ ਜਿੱਥੇ ਜੰਮਿਆ ਉਹਨੂੰ ਮਰਨ ਨੂੰ ਜੀ ਨਹੀਂ ਕਰਦਾ। ਇਹ ਕ੍ਰਿਸ਼ਨ ਸਰਬ ਦੇਵਾ, ਦੇਵ ਦੇਵਾ ਤੇ ਆਤਮਾ, ਆਤਮ ਸ੍ਰੀ ਵਾਸਵ ਦੇਵਸ। ਜੇ ਕੋਈ ਜਾਣੈ ਭੇਓ, ਨਾਨਕ ਤਾ ਦਾਸ ਹੈ ਸੋਈ ਨਿਰੰਜਨ ਜਿਓ। ਜਿਹਨੇ ਇਸ ਭੇਤ ਨੂੰ ਸਮਝ ਲਿਆ ਵੀ ਕ੍ਰਿਸ਼ਨ ਕੀ ਹੈ ਤੇ ਸਵਾਸ ਕੀ ਹੈ, ਮੈਂ ਉਹਦੇ ਚਰਨਾਂ ਦੀ ਧੂੜ ਬਣ ਜਾਊਂਗਾ, ਉਹ ਇਸ ਗੱਲ ਨੂੰ ਸਮਝ ਆਵੇਗਾ। ਇਸ ਕਰਕੇ ਸਵਾਸਾਂ ਦੇ ਵਿੱਚ ਹੀ ਸਾਰੀ ਖੇਡ ਰਚੀ ਹੈ ਪਰਮੇਸ਼ਰ ਨੇ। ਸਵਾਸਾਂ ਦਾ ਨਾਮ ਹੀ ਪਵਨ ਗੁਰੂ ਹੈ, ਸਵਾਸਾਂ ਦਾ ਨਾਮ ਹੀ ਵਾਹਿਗੁਰੂ ਹੈ। ਕਿਉਂਕਿ ਹਵਾ ਸਾਡੇ ਅੰਦਰ ਹੈ ਤਾਂ ਸ਼ਬਦ ਬਣ ਰਿਹਾ ਹੈ, ਤਾਂ ਸਪਸ਼ਟ ਹੀ ਸ਼ਬਦ ਜਿਹੜਾ ਹੈ ਗੁਰੂ, ਇਹ ਸਪਸ਼ਟ ਹੋ ਗਿਆ। ਹਵਾ ਤੋਂ ਬਗੈਰ ਸ਼ਬਦ ਨਹੀਂ ਬਣਦਾ, ਤਾਂ ਤੇ ਸ਼ਬਦ ਗੁਰੂ ਹੈ ਜਿਹੜਾ ਹਵਾ ਤੋਂ ਬਣਿਆ। ਅਕਾਲ ਪੁਰਖ ਤੋਂ ਹਵਾ ਬਣੀ, ਹਵਾ ਤੋਂ ਸ਼ਬਦ ਬਣਿਆ। ਪੜੋ ਬਾਣੀ ਚੋਂ, ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰੈ ਭਵਨ ਸਾਜਿਆ, ਘਟ ਘਟ ਜੋਤ ਸਮੋਏ। ਅਕਾਲ ਪੁਰਖ ਜਦੋਂ ਬੋਲਿਆ, ਕੀ ਬੋਲਿਆ? ਕੁਨ ਹੂੰ ਕੂਣ, ਕੁਦਰਤੀ ਬਣ ਜਾਏ, ਆਪੇ ਬਣ ਜਾ। ਜਦ ਬੋਲਿਆ ਤੇ ਹਵਾ ਨਿਕਲੀ, ਕੁਨ ਹੂੰ ਕੂਣ ਸ਼ਬਦ ਬਣ ਗਿਆ, ਔਰ ਜਿਹੜੀ ਹਵਾ ਬਾਹਰ ਫੈਲ ਗਈ ਉਹ ਠੰਡੀ ਹੋ ਕੇ ਪਾਣੀ ਬਣਿਆ, ਤੇ ਉਸ ਪਾਣੀ ਤੋਂ ਸਾਡੇ ਸਾਰਿਆਂ ਦੀ ਉਤਪਤੀ ਸ਼ੁਰੂ ਹੋ ਗਈ। ਅੱਗ ਗਰਮੈਸ਼ ਦੇ ਨਾਲ ਅਸੀਂ ਪੈਦਾ ਹੋਏ ਆ। ਖੇਤਾਂ ਦਾ ਕੰਮ ਕਰਦੇ ਆ ਜਿਹੜੇ ਲੋਕ, ਉਹ ਫਸਲਾਂ ਦੇ ਵਿੱਚੋਂ ਘਾਹ ਪੱਟਦੇ ਆ ਔਰ ਵੱਟਾਂ ਉੱਤੇ ਢੇਰੀਆਂ ਲਾ ਦਿੰਦੇ ਆ। ਜਦੋਂ ਘਾਹ ਦੀਆਂ ਢੇਰੀਆਂ ਲਾਉਂਦੇ ਆ, ਉਹਨਾਂ 'ਚ ਕੋਈ ਜੀਵ ਜੰਤੂ ਨਹੀਂ ਹੁੰਦਾਗਾ। ਜੇ 10-12 ਦਿਨ ਉਹ ਘਾਹ ਪਿਆ ਰਵੇ ਉੱਥੇ, ਫਿਰ ਜਾ ਕੇ ਹਿਲਾਇਓ, ਕਿੰਨੇ ਪਤੰਗੇ ਨਿਕਲ ਕੇ ਉੱਡਦੇ ਆ, ਉਹ ਕਿੱਥੋਂ ਆ ਗਏ? ਉਹ ਘਾਹ ਵਿੱਚ ਪਾਣੀ ਵੀ ਸੀਗਾ ਤੇ ਘਾਹ ਇਕੱਠਾ ਰੱਖਣ ਕਰਕੇ ਗਰਮੈਸ਼ ਵੀ ਪੈਦਾ ਹੋ ਗਈ। ਦੋਨਾਂ ਦੇ ਮਿਲ ਕੇ ਉਹ ਜੀਵ ਜੰਤੂ ਪੈਦਾ ਕਰਤੇ। ਹੌਲੀ ਹੌਲੀ ਆ ਮਨੁੱਖ ਬਣ ਗਿਆ। ਕਹੋ ਸਤਿਨਾਮ। ਹਜ਼ਾਰਾਂ ਸਾਲ ਲੱਗੇ ਸਾਨੂੰ ਇੱਥੋਂ ਤੱਕ ਪਹੁੰਚਣ ਤੇ, ਖੈਰ ਅੱਗੇ ਚੱਲ ਗਏ ਆਪਾਂ। ਮੇਰੇ ਪ੍ਰੀਤਮ ਜੀ ਕਹਿੰਦੇ, ਚੱਲ ਹੁਣ ਤੂੰ ਤਪ ਕਰ, ਸ੍ਰੀ ਗੁਰੂ ਕਹੈ, ਸ੍ਰੀ ਗੁਰੂ ਕਹੇ ਸੁਣੋ ਹਰ ਸੰਤ, ਇਸ ਵਿਦ ਕੇ ਸ੍ਰੀ ਕਮਲਾ ਕੰਤ। ਹਾਂ ਬਈ ਸੰਤੋ, ਏਦਾਂ ਦਾ ਪਰਮੇਸ਼ਰ ਹੈ। ਹੁਣ ਇਹ ਤਾਂ ਨਹੀਂ ਕਿਹਾ ਨਾ ਵੀ ਫਲਾਣੇ ਦੀ ਫੋਟੋ ਖਿੱਚ ਕੇ ਰੱਖ ਲਓ, ਉਹਨੂੰ ਮੱਥਾ ਟੇਕੀ ਚੱਲੋ, ਬੁੱਤ ਬਣਾ ਕੇ ਰੱਖ ਲਓ, ਉਹਨੂੰ ਮੱਥਾ ਟੇਕੀ ਚੱਲੋ। ਪਰਮੇਸ਼ਰ ਗਿਆਨ ਸਰੂਪ ਹੈ, ਪਰਮੇਸ਼ਰ ਸ਼ਬਦ ਸਰੂਪ ਹੈ। ਬਾਹੋ ਬਾਹੋ ਬਾਣੀ ਕੀ ਹੈ ਕਹਾ? ਵਾਹੋ ਬਾਹੋ ਬਾਣੀ ਨਿਰੰਕਾਰ ਹੈ, ਤਿਸ ਜੀਵਨ ਅਵਰ ਨਾ ਕੋਈ। ਦੱਸੋ ਕਿੱਧਰ ਜਾਵਾਂਗੇ ਫਿਰ ਬਈ? ਏਦੋਂ ਵੱਡਾ ਰੱਬ ਨੂੰ ਕਿੱਥੇ ਲੱਭਣਾ? ਧੰਨ ਗੁਰੂ ਗੋਬਿੰਦ ਸਿੰਘ ਜੀ ਤੱਕ 10 ਜਾਮੇ ਲੱਗੇ, 239 ਸਾਲ ਲੱਗੇ। 239 ਸਾਲਾਂ ਵਿੱਚ ਉਹ ਰੱਬ ਨੂੰ ਪੈਦਾ ਕਰ ਗਏ। ਸਾਡੇ ਸਾਹਮਣੇ ਰੱਬ ਨੂੰ ਪ੍ਰਕਾਸ਼ ਕਰਕੇ ਆਪ ਹੀ ਮੱਥਾ ਟੇਕਦਾ। ਕਹਿੰਦੇ ਸਿੱਖੋ, ਮੈਂ ਰੱਬ ਨਹੀਂ ਹਾਂ, जो मुझको परमेश्वर उचरै, तेना नरक कुंड में पर है। मोको दास तवण का जानो, जामा भेद न रंच पछानो। मेरा रूप ग्रंथ जी जान, इस मैं भेद न रंच कमान। जो मुझ बचन करन की चाहे, ग्रंथ विचार सुनो चित लाए, ग्रंथ विचार सुनो चित लाए। ਹੁਣ ਤੁਸੀਂ ਮੇਰੀ ਮੂੰਹ ਤਾਂ ਨਹੀਂ ਵੇਖ ਰਹੇ ਨਾ, ਤੁਸੀਂ ਗੁਰੂ ਦੀ ਗੱਲ ਸ਼ਬਦਾਂ ਰਾਹੀਂ ਸੁਣ ਰਹੇ ਹੋ। ਸ਼ਬਦ ਹੀ ਤੁਹਾਡੇ ਅੰਦਰ ਫੀਡ ਹੋ ਰਹੇ ਆ। ਕੋ ਸਤਿਨਾਮ। ਤਾਂ ਤੇ ਰੱਬ ਕੀ ਹੈ? ਸ਼ਬਦ। ਸ਼ਬਦ ਹੈ ਧਰਤੀ, ਸ਼ਬਦ ਹੈ ਆਕਾਸ਼, ਸ਼ਬਦ ਹੈ ਸ਼ਬਦ ਭਇਆ ਪ੍ਰਕਾਸ਼। ਸਗਲ ਸਮਗਰੀ ਸ਼ਬਦ ਕਾ ਪਾਛੈ, ਨਾਨਕ ਸ਼ਬਦ ਘਟੈ ਘਟ ਆਛੈ। ਸ਼ਬਦ ਕੋ ਚੀਨ ਭਾਈ, ਸ਼ਬਦ ਕੋ ਖੋਜ ਪਾਈ। ਸਰੀਰ ਵੀ ਸ਼ਬਦ ਹੈ, ਸਰੀਰ ਵੀ ਸ਼ਬਦ ਚੋਂ ਬਣਿਆ, ਇਹ ਵੀ ਸ਼ਬਦ ਹੈ, ਇਹ ਵੀ ਸ਼ਬਦ ਹੈ। ਇਹਦੇ ਰਾਹੀਂ ਇਹਦੀ ਖੋਜ ਕਰ ਲਓ, ਕਿਉਂਕਿ ਗੁਰਬਾਣੀ ਸਰੀਰ ਦੀ ਜਾਣਕਾਰੀ ਉਹਦੇ ਵਿੱਚ ਰੱਖੀ ਆ ਸਾਰੀ। ਕੋ ਸਤਿਨਾਮ। ਸ੍ਰਿਸ਼ਟੀ ਦੀ ਜਾਣਕਾਰੀ ਨਾਨਕ ਜੀ ਕਹਿੰਦੇ, ਸੰਤੋ ਐਸਾ ਪਰਮੇਸ਼ਰ ਹੈ ਜੈ ਕੋ ਅੰਤ ਨਾ ਜਾਣਿਓ, ਰਹਿਓ ਵਿਦਾਤਾ ਦੇਖ। ਹਾਂ, ਅਸੀਂ ਉਹਦਾ ਅੰਤ ਨਹੀਂ ਪਾ ਸਕਦੇ, ਪਰ ਉਹ ਵੇਖੈ ਉਹਨਾਂ ਨਜ਼ਰ ਨਾ ਆਵੇ। ਉਹਨਾਂ ਬਹੁ ਬਚਨ ਹੈ, ਉਹਨਾਂ ਦਾ ਮਤਲਬ 2 ਅੱਖਾਂ।
ਉਹਨੂੰ ਨਹੀਂ ਵੇਖ ਸਕਦੀਆਂ, ਲੇਕਿਨ ਉਹ ਸਾਨੂੰ ਵੇਖ ਰਿਹਾ ਹੈ। ਕੋ ਸਤਿਨਾਮ। ਉਹ ਵੇਖੈ ਉਹਨਾਂ ਸਾਨੂੰ, ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹੋ ਵਿਡਾਨ। ਇਹ ਵੱਡੀ ਗੱਲ ਸਮਝਣ ਵਾਲੀ ਹੈ ਸਿੱਖੋ। ਆਦੇਸ਼ ਤਿਸੈ ਆਦੇਸ਼, ਨਮਸਕਾਰ ਹੈ ਉਹਨੂੰ, ਨਮਸਕਾਰ ਹੈ ਜੋਗੀਆਂ ਨੂੰ ਕਹਿੰਦੇ ਆ। ਸਿੱਧੋ ਆਦੇਸ਼ ਤਿਸੈ ਆਦੇਸ਼, ਆਓ ਉਹਨੂੰ ਨਮਸਕਾਰ ਕਰੀਏ। ਆਦ ਸਭ ਤੋਂ ਪਹਿਲਾਂ, ਅਨੀਲ ਰੰਗ ਰੂਪ ਤੋਂ ਰਹਿਤ, ਅਨਾਦ ਜਿਹਦੇ ਆਦ ਦਾ ਵੀ ਨਹੀਂ ਪਤਾਗਾ, ਅਨਾਦ, ਅਨਾਹਤ ਜਿਹੜਾ ਕਦੇ ਮਰਦਾ ਨਹੀਂ, ਜੁਗ ਜੁਗ ਏਕੋ ਵੇਸ ਜੋ ਕਦੇ ਪੁਰਾਣਾ ਵੀ ਨਹੀਂ ਹੁੰਦਾ। ਨੇਤ ਨੇਤ ਬੰਤ ਨਿਤ ਨਵਾਂ, ਨਿਤ ਨਵਾਂ। ਆਓ ਉਹਨੂੰ ਨਮਸਕਾਰ ਕਰੀਏ। ਹਮ ਕਣ ਜੁਗ ਕੇ ਮਨੁੱਖ ਕਿਆ ਰੱਖ ਸਕੀ ਜੋ ਅਲੇਖ। ਸਾਰੋ ਅਸੀਂ ਕਲਯੁਗ ਦੇ ਮਨੁੱਖ, ਅਸੀਂ ਕਿਆ ਰੱਬ ਦਾ ਅੰਤ ਪਾਵਾਂਗੇ। ਉਹ ਬ੍ਰਹਮਾ ਨਹੀਂ ਅੰਤ ਪਾ ਸਕਿਆ ਜਿਹੜਾ ਇੰਨੀ ਪਾਵਰ ਰੱਖਦਾ ਹੈ। ਚੌਪਈ ਤੈ ਕੀ ਸੰਗ ਲਗੀ ਮਮ ਪ੍ਰੀਤੀ, ਉਰ ਮੈਂ ਬਸੋ ਨਿਰੰਤਰ ਨੀਤੀ। ਹਾਂ, ਯਾਦ ਰੱਖਿਓ ਮੇਰੀ ਉਹਦੇ ਨਾਲ ਪ੍ਰੀਤੀ ਆ, ਉਹ ਮੇਰੇ ਹਿਰਦੇ ਵਿੱਚ ਰਹਿੰਦਾ ਹੈ। ਤੇ ਹਿਰਦੇ ਵਿੱਚ ਸਵਾਸ ਹੀ ਤਾਂ ਚੱਲ ਰਿਹਾ ਨਾ, ਇਹਦੇ ਵਿੱਚ ਹੀ ਉਹ ਸ਼ਬਦ ਰੂਪ ਹੋ ਕੇ ਬੋਲ ਵੀ ਰਿਹਾ ਹੈ। ਬੰਦੇ ਖੋਜ ਕੀ ਦਿਲ, ਬੰਦੇ ਖੋਜ ਦਿਲ ਹਰ ਰੋਜ਼। ਕੀ ਤੂੰ ਬਾਹਰ ਨਿਕਲ ਗਿਆ ਹੈ, ਬੰਦੇ ਖੋਜ ਦਿਲ ਹਰ ਰੋਜ਼। ਨਾ ਫਿਰ ਪਰੇਸ਼ਾਨੀ ਮਾਹੇ ਇਹ ਜੋ ਦੁਨੀਆ ਸ਼ਹਿਰ ਮੇਲਾ, ਇਹ ਤਾਂ ਦੁਨੀਆ ਸਿਰਫ ਮੇਲਾ ਹੈ। ਸ਼ਹਿਰ ਸੁਪਨੇ ਦੀ ਨਿਆਈ ਹੈ, ਇਹ ਪੱਕਾ ਨਹੀਂ ਹੈ। ਤੂੰ ਖੋਜਣਾ ਤੇ ਆਪਣੇ ਦਿਲ ਨੂੰ ਖੋਜ। ਦਿਲ ਵਿੱਚ ਜਾਂ ਤਾਂ ਖੂਨ ਹੈ ਤੇ ਜਾਂ ਸਵਾਸ ਹੈ। ਕੋ ਸਤਿਨਾਮ। ਭਾਵ ਇਹਦੇ ਵਿੱਚ ਸਾਰਾ ਕੁਝ ਫਲਾਇਆ ਹੋਇਆ, ਧਰਤੀ ਤੋਂ ਅਸਮਾਨ ਤੱਕ ਹਵਾ ਹੀ ਫੈਲੀ ਹੋਈ ਹੈ ਨਾ। ਇਸੇ ਹਵਾ ਦੇ ਵਿੱਚ ਬ੍ਰਹਮ ਗਿਆਨੀ ਕਹਿੰਦੇ ਆ, ਜਿਮੀ ਅਸਮਾਨ ਕੈ ਸਮਸਤ ਵਿੱਚ ਇੱਕ ਜੋਤ ਹੈ, ਨਾ ਬਾਦ ਹੈ ਨਾ ਘਾਟ ਹੈ, ਨਾ ਘਾਟ ਬਾਦ ਹੋਤ ਹੈ। ਜ਼ਮੀਨ ਤੋਂ ਅਸਮਾਨ ਤੱਕ, ਕੀੜੀ ਤੋਂ ਹਾਥੀ ਤੱਕ, ਸਾਰਿਆਂ ਵਿੱਚੋਂ ਜੋਤ ਕੰਮ ਕਰ ਰਹੀ ਹੈ। ਜਿੰਨੇ ਜਿੰਨੇ ਗਿਆਨ ਦੀ ਲੋੜ ਹੈ, ਸਾਰੇ ਪਸ਼ੂ ਪੰਛੀਆਂ ਨੂੰ ਗਿਆਨ ਦਿੱਤਾ ਹੋਇਆ ਹੈ। ਨਰ ਮਾਦਾ ਦੇ ਜੋੜਿਆਂ ਵਿੱਚ ਅੱਗੇ ਗੁਰੂ ਪਿਆਰੋ ਪ੍ਰਗਤੀ ਦਾ ਗਿਆਨ ਵੀ ਪਸ਼ੂਆਂ ਨੂੰ ਦਿੱਤਾ ਹੋਇਆ ਹੈ। ਜਦ ਬੰਦੇ ਨੇ ਤਾਂ ਸਿੱਖ ਲਿਆ ਕਿਸੇ ਤੋਂ, ਪਸ਼ੂਆਂ ਨੂੰ ਕਿਹਨੇ ਸਿਖਾਇਆ, ਪੰਛੀਆਂ ਨੂੰ ਕਿਹਨੇ ਸਿਖਾਇਆ? ਇਹ ਸਾਰਾ ਗਿਆਨ ਉਹ ਜੋਤ ਦਾ ਕੰਮ ਹੈ, ਉਹ ਦਿੰਦੀ ਹੈ। ਕਰੇ ਸੇਵ ਜੇ ਸ਼ਿਵ ਸਨਾਤਕ, ਨਿਤ 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 ਕਹੇ ਬ੍ਰਾਹਮਣਕ। ਸਨਕ ਸਨੰਦ ਸਨਾਤਨ, ਇਹ ਅਨੇਕਾਂ ਹੀ ਸ਼ਿਵ ਸਨਕਾਦ ਵਰਗੇ ਹੋਏ, ਜਿਹੜੇ ਵੱਡੇ ਵੱਡੇ ਆਪਣੇ ਆਪ ਨੂੰ ਰਿਸ਼ੀ ਕਹਿੰਦੇ ਐ, ਉਹ ਵੀ ਉਸ ਨੂੰ ਨਿਤ ਨਵਾਂ ਕਹਿ ਕੇ ਟੱਪ ਗਏ, ਪਰ ਅੰਤ ਨਹੀਂ ਪਾਇਆ। ਪ੍ਰਾਨ ਧਾਰ ਸੋ ਕੈ ਮਨ ਮਾਹੀ, ਅਸ਼ਟ ਪੈਰ ਮੈਂ ਬਿਸਰਤ ਨਾਹੀ। ਉਹ ਮੇਰੇ ਪ੍ਰਾਣਾਂ ਦਾ ਆਸਰਾ ਹੈ, ਤੇ ਪ੍ਰਾਣਾਂ ਦਾ ਆਸਰਾ ਵੀ ਸਵਾਸ ਹੈ। ਕਹੋ ਸਤਿਨਾਮ। ਭਾਵ ਮੈਂ ਉੱਤੇ ਮੋਟੇ ਤੌਰ ਤੇ ਸਵਾਸ ਕਹਿ ਰਿਹਾ, ਤੁਹਾਨੂੰ ਸੌਖੀ ਸਮਝ ਆ ਜਾਵੇ। ਵੈਸੇ ਉਹ ਸੂਖਮ ਪਾਵਰ ਦੇ ਵਿੱਚ ਸਮਾਈ ਹੋਈ ਹੈ। ਇੱਕ ਬੰਦਾ ਕਹਿੰਦਾ ਸਾਧੂ ਨੂੰ, ਮਹਾਰਾਜ ਰੱਬ ਦਿਖਾਓ। ਕਹਿੰਦੇ ਰੱਬ ਕਿਤੇ ਐਂ ਦਿਖ ਜੂਗਾ ਯਾਰ? ਨਹੀਂ, ਕਹਿੰਦੇ ਤੁਸੀਂ ਵੱਡੇ ਸਾਧੂਆਂ ਤੇ ਦਿਖਾਓ। ਕਹਿੰਦੇ ਕੱਲ ਨੂੰ ਦੁੱਧ ਲੈ ਕੇ ਆਈ ਸਾਡੇ ਲਈ। ਉਹ ਦੁੱਧ ਦਾ ਡੋਲੂ ਭਰ ਲਿਆਇਆ, ਰੱਖਦਾ ਮੂਰੇ, ਵਿੱਚ ਉਂਗਲ ਮਾਰੀ ਜਾਂਦਾ ਸਾਧੂ। 10-15 ਮਿੰਟ ਲੱਗੇ। ਉਹ ਲਿਆਉਣ ਵਾਲਾ ਕਹਿੰਦਾ ਬਾਬਾ ਮਿੱਠਾ ਤਾਂ ਪਾਇਆ ਹੋਇਆ। ਕਹਿੰਦੇ ਮੈਂ ਮਿੱਠਾ ਨਹੀਂ ਲੱਭਦਾ, ਮੈਂ ਇੱਥੋਂ ਘਿਓ ਲੱਭਦਾ। ਕਹਿੰਦੇ ਘਿਓ ਹੁੰਦਾ? ਕਹਿੰਦੇ ਫਿਰ ਘਿਓ ਐ ਥੋੜਾ ਲੱਭੂਗਾ। ਅੱਛਾ, ਫਿਰ ਕਿਵੇਂ ਲੱਭੂਗਾ? ਕਹਿੰਦੇ ਗਰਮ ਕਰਨਾ ਪਊ, ਠੰਡਾ ਕਰਨਾ ਪਊ, ਜਾਗ ਲਾਉਣੀ ਪਊ, ਰਿੜਕਣਾ ਪਊ, ਫਿਰ ਮੱਖਣੀ ਆਊਗੀ, ਫਿਰ ਕਿਤੇ ਘਿਓ ਬਣੂਗਾ। ਕਹਿੰਦੇ ਉਹ ਘਿਓ ਨੂੰ ਇੰਨਾ ਜ਼ੋਰ ਲੱਗ ਜੂਗਾ ਤੇ ਰੱਬ ਤੈਨੂੰ ਮੈਂ ਤੁਰੇ ਜਾਂਦੇ ਨੂੰ ਫੜਾ ਦਿਆਂ, ਜਾ ਲੈ ਜਾ ਦੁੱਧ ਆਵਦਾ ਨਹੀਂ ਰੱਬ ਮਿਲਦਾ। ਕਹੋ ਸਤਿਨਾਮ। ਸਮਝਾਉਣ ਦੇ ਢੰਗ ਸੀ। ਸੁਣਤ ਸੰਤ ਚਿਤ ਬੋਹਰ ਖਾਨੇ, ਧਨ ਧਨ ਪੁਨ ਧਨ ਬਖਾਨੇ। ਧੰਨੋ ਮਹਾਰਾਜ, ਧੰਨੋ ਤੁਸੀਂ। ਮੁਕਤ ਦਾਨ ਦਾ ਬਚਨ ਤੁਮਾਰੇ, ਇੱਕ ਸੰਸੇ ਔਰ ਹਮਾਰੇ। ਤੁਹਾਡੇ ਤਾਂ ਬਚਨ ਜਿਉਂਦੇ ਜੀਵ ਨੂੰ ਮੁਕਤੀ ਕਰਨ ਵਾਲੇ ਆ। ਇੱਕ ਸ਼ੰਕਾ ਹੋਰ ਪੈਦਾ ਹੋ ਗਿਆ, ਇਹ ਵੀ ਦੂਰ ਕਰ ਦਿਓ। ਕੌਣ ਬਸੈ ਲੋਚਰਿਆ ਹੀ, ਦੇਖੇ ਕੌਣ ਰਹਿਤ ਮਨ ਮਾਹੀ। ਮਹਾਰਾਜ ਜੀ, ਸਾਡੀਆਂ ਅੱਖਾਂ ਕੀ ਹੈ? ਸਾਡੀਆਂ ਅੱਖਾਂ ਕੀ ਹੈ? ਇਹਨਾਂ ਤੋਂ ਦੇਖਣ ਵਾਲਾ ਕੌਣ ਹੈ? ਇਸ ਪ੍ਰਕਾਰ ਜੋ ਸਰਬ ਪਸਾਰਾ, ਦੇਖ ਲੈ ਜੋ ਕਹੋ ਵਿਚਾਰਾ। ਉਹ ਕੌਣ ਹੈ ਜਿਹੜਾ ਸਾਨੂੰ ਦੇਖਦਾ ਹੈ? ਸਾਡੀਆਂ ਅੱਖਾਂ ਬਾਹਰ ਦੇਖਦੀਆਂ, ਉਹ ਕੌਣ ਹੈ? ਸਾਰੇ ਪਸਾਰੇ ਨੂੰ ਬਣਾਉਣ ਵਾਲਾ। ਤੁਮ ਸਭ ਗਿਆਤਾ ਮਿਲੀ ਨਾ ਆਨੀ, ਸੁਨ ਪਦ ਦੁਖੀਏ ਕਹੋ ਪੁਰਖਾਨੀ। ਮਹਾਰਾਜ ਸੋਡੇ ਵਰਗਾ ਸਾਨੂੰ
ਗਿਆਨੀ ਨਹੀਂ ਮਿਲਣਾ। ਸਤਕਾਰ ਜੋ ਗੁਣਾ ਦੀ ਖਾਨ ਨਾਨਕ ਜੀ, ਸਾਨੂੰ ਇਹਦੇ ਬਾਰੇ ਵੀ ਦੱਸੋ। ਸ਼੍ਰੀ ਮੁਖ ਵਾਕ ਤਾਂ ਅਗਲਾ ਸ਼ਲੋਕ ਪੈਦਾ ਕਰਦੇ ਆ। ਰਬ ਸਸ ਦੀਪਕ ਜਾਕੇ ਤ੍ਰਿਪਵਨ ਏਕਾ ਜੋਤ ਮੁਰਾਰ। ਕਹਿੰਦੇ ਉਸ ਜੋਤ ਦਾ ਹੀ ਸਾਰਾ ਚਾਨਣ ਹੈ, ਸੂਰਜ ਚੰਦਰਮਾ ਸਾਰੇ ਦੀਵਿਆਂ ਵਿੱਚ। ਗੁਰਮੁਖ ਹੋਏ ਸੋ ਐਨਸ ਨਿਰਮਲ, ਮਨਮੁਖ ਰਹਿਣ ਅੰਧਾਰ। ਗੁਰਮੁਖ ਦਿਨ ਰਾਤ ਪਵਿੱਤਰ ਰਹਿੰਦੇ ਆ, ਉਸ ਤੇ ਚਾਨਣ ਪ੍ਰਕਾਸ਼ ਵਿੱਚ ਰਹਿੰਦੇ ਆ, ਤੇ ਮਨਮੁਖ ਹਨੇਰੇ 'ਚ ਭਟਕਦੇ ਆ। ਖੈਰ ਪੂਰੀ ਗੱਲ ਕੱਲ ਨੂੰ ਸਰਵਣ ਕਰਾਂਗੇ, ਸਮਾਂ ਸਮਾਪਤੀ ਦੇ ਜਾ ਰਿਹਾ, ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਨੇ ਇੱਕ ਅੱਖਰ ਬਾਅਦ ਘੱਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अविनाश, हे पूरन हे सर्वमय पंचन गुणतास। हे संगी हे निरंकार हे निर्गुण सब ठीक। हे गोविंद हे गुण निदान जाके सदा विवेक। हे अपरंपर हर हरे हैप्पी हो मनहार। हे संत कै सदा संग दीदारा आधार। हे ठाकुर हों दास रो निर्गुण गुण नहीं कोई। नानक दीजै नाम दान राखो ही बरोए। आए प्रभ शरणागति कृपा नित दयाल। एक अखर हर मन बसत नानक होत निहाल। एक अंकार सतगुरु तेरे प्रसाद सच हुए। वाहिगुरु जी की फतेह है। विघ्न विनाशन सोए। वाहिगुरु जी की फतेह है। विघ्न विनाशन सोए। वाहिगुरु जी का खालसा, वाहिगुरु जी की फतेह।